ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਿਕ। ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ। ਹਰ ਦਰਸ਼ਨ ਦੇਹੁ ਦਿਖਾਈ। ਏਕ ਪਿਤਾ ਏਕ ਸਕੇ ਹਮ ਬਾਰਿਕ। ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ। ਹਰ ਦਰਸ਼ਨ ਦੇਹੁ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ। ਇਹੋ ਮਨ ਤੇਰਾ ਭਾਈ। ਰਹਾਉ ਪਾਮ ਮਲੋਵਾ ਮਲ ਮਲ ਧੋਵਾਂ। ਇਹ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ। ਪ੍ਰਭ ਮਿਲੋਂ ਦੇਹੁ ਉਪਦੇਸਾ। ਮਾਨ ਨ ਕੀਜੈ ਸ਼ਰਨ ਪਰੀਜੈ। ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ। ਇਉ ਦਰਸ਼ਨ ਹਰ ਜੀਉ ਪਾਈਐ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ। ਹਰ ਨਾਮਾ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਸਭ ਆਕੁਲ ਨਿਰੰਜਨ ਡੀਠਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ। ਹਰ ਨਾਮਾ ਹੈ ਮੀਠਾ। ਜਨ ਨਾਨਕ ਕੋ ਗੁਰ ਕਿਰਪਾ ਧਾਰੀ। ਸਭ ਆਕੁਲ ਨਿਰੰਜਨ ਡੀਠਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਐਤਵਾਰ ਦੇ ਵਿਸ਼ੇਸ਼ ਦੀਵਾਨ ਸਜੇ ਹਨ, ਜਿਨ੍ਹਾਂ ਵਿੱਚ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ,
ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀਆਂ ਨੇ ਬੜੇ ਪਿਆਰ ਨਾਲ ਸਰਵਣ ਕੀਤੇ ਹਨ। ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਤਿਕਾਰਯੋਗ ਸਾਡੀਆਂ ਭੈਣਾਂ ਬੱਚੀਆਂ ਨੇ ਬੜੇ ਪਿਆਰ ਨਾਲ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਜਪਜੀ ਸਾਹਿਬ ਜੀ ਦਾ ਪਾਠ ਕੀਰਤਨ ਦੇ ਰੂਪ ਵਿੱਚ ਵੀ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਗਰੀਬ ਨਵਾਜ ਪਾਤਸ਼ਾਹ ਇਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਮੇਰਾ ਮਾਲਕ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਸਤਿਗੁਰੂ ਇਹਨਾਂ ਬੱਚਿਆਂ ਤੋਂ ਇਹ ਸੇਵਾ ਲੈਂਦੇ ਰਹਿਣ। ਇਹਨਾਂ ਦੇ ਪਰਿਵਾਰ, ਇਹਨਾਂ ਦੇ ਟੀਚਰ ਸਾਹਿਬਾਨ, ਸਤਿਗੁਰੂ ਉਹਨਾਂ ਤੇ ਵੀ ਕਿਰਪਾ ਕਰਨ ਕਿ ਜਿਹੜੇ ਇਹਨਾਂ ਨੂੰ ਇਸ ਬੰਨੇ ਬੱਚਿਆਂ ਨੂੰ ਲਾਉਣ ਦੀ ਪ੍ਰੇਰਨਾ ਦਿੰਦੇ ਰਹਿਣ ਅਤੇ ਇਹਦੇ ਨਾਲ ਨਾਲ ਗੁਰੂ ਘਰ ਦੀ ਸਮੁੱਚੀ ਮੈਨੇਜਮੈਂਟ ਉਹਨਾਂ ਦਾ ਵੀ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਹੈ। ਮਾਲਕ ਕਿਰਪਾ ਕਰਕੇ ਉਹਨਾਂ ਕੋਲੋਂ ਵੀ ਇਹ ਸੇਵਾ ਸਤਿਗੁਰੂ ਲੈਂਦੇ ਰਹਿਣ ਤਾਂ ਕਿ ਇਹ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ, ਕੌਮ ਦਾ ਭਵਿੱਖ ਨੇ, ਮਾਲਕ ਕਿਰਪਾ ਕਰੇ ਇਹ ਕੀਰਤਨ ਦੀ ਦਾਤ ਹਰੇਕ ਘਰ ਵਿੱਚ ਸਤਿਗੁਰੂ ਬਖਸ਼ਿਸ਼ ਕਰਨ। ਉਸ ਤੋਂ ਉਪਰੰਤ ਆਪ ਜੀਆਂ ਨੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਜੋ ਸੋਰਠ ਰਾਗ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਉਹ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਵੇਕ ਬੁੱਧ ਬਖਸ਼ਿਸ਼ ਕਰਕੇ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ ਅਸੀਸ ਬਖਸ਼ੋ, ਪਿਆਰ ਸਹਿਤ ਸਾਰੇ ਹੀ ਫਤਿਹ ਦੀ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਾਹਿਬ ਕਿਰਪਾ ਕਰਦੇ ਨੇ ਕਿ ਜੀਵ ਦੇ ਅੰਦਰ ਸਭ ਤੋਂ ਪਹਿਲਾਂ ਜਗਿਆਸਾ ਪੈਦਾ ਹੋਣਾ ਚਾਹੀਦੀ ਹੈ। ਜਗਿਆਸਾ ਤੋਂ ਭਾਵ ਹੁੰਦਾ ਹੈ ਕਿ ਅੰਦਰ ਕੋਈ ਚਾਅ ਪੈਦਾ ਹੋਵੇ ਕਿਸੇ ਕੰਮ ਲਈ ਵੀ, ਤੇ ਜਿਸ ਕੰਮ ਦੇ ਲਈ ਅੰਦਰ ਚਾਅ ਪੈਦਾ ਹੁੰਦਾ ਹੈ, ਕੋਈ ਨਾ ਕੋਈ ਫਿਰ ਵਿਧ ਬਣ ਜਾਂਦੀ ਹੈ। ਮਾਲਕ ਦੀ ਕਿਰਪਾ ਦੇ ਨਾਲ ਉਹ ਕੰਮ ਦੇ ਵਿੱਚ ਸਫਲਤਾ ਮਿਲਦੀ ਹੈ। ਚਾਹੇ ਉਹ ਚਾਅ ਸਾਡਾ ਦੁਨਿਆਵੀ ਤੌਰ ਤੇ ਕਿਸੇ ਕੰਮ ਵਿੱਚ ਹੋਵੇ, ਚਾਹੇ ਕਿਸੇ ਨੇ ਵਪਾਰ ਕਰਨਾ ਹੋਵੇ, ਚਾਹੇ ਕਿਸੇ ਨੇ ਦੁਕਾਨ ਕਰਨੀ ਹੋਵੇ, ਚਾਹੇ ਕਿਸੇ ਨੇ ਨੌਕਰੀ ਕਰਨੀ ਹੋਵੇ, ਚਾਹੇ ਕਿਸੇ ਨੇ ਡਾਕਟਰ ਬਣਨਾ ਹੋਵੇ, ਇੰਜੀਨੀਅਰ ਬਣਨਾ ਹੋਵੇ, ਕੁਝ ਵੀ ਹੋਵੇ, ਅੰਦਰ ਜਿਹੜੇ ਕੰਮ ਦੇ ਲਈ ਚਾਅ ਪੈਦਾ ਹੁੰਦਾ ਹੈ, ਫਿਰ ਉਸ ਕੰਮ ਵਾਸਤੇ ਬੰਦਾ ਦਿਨ ਰਾਤ ਇੱਕ ਕਰ ਦਿੰਦਾ ਹੈ। ਉਹਦੀ ਆਪਣੀ ਮਿਹਨਤ ਤੇ ਮਾਲਕ ਉਸ ਮਿਹਨਤ ਨੂੰ ਫਲ ਲਾਉਂਦਾ ਹੈ। ਅੱਜ ਦਾ ਜੋ ਸ਼ਬਦ ਆਪ ਜੀ ਨਾਲ ਸਾਂਝਾ ਕੀਤਾ ਹੈ, ਉਹ ਵੀ ਇਸੇ ਹੀ ਸੰਬੰਧ ਵਿੱਚ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜੀਵ ਦੇ ਅੰਦਰ ਸਭ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਨਾ ਕੁਝ ਜਾਣਨ ਦੀ ਜਗਿਆਸਾ ਹੋਣੀ ਚਾਹੀਦੀ ਹੈ। ਜੇ ਉਹਦੇ ਅੰਦਰ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦੀ ਜਗਿਆਸਾ ਹੋਵੇਗੀ, ਫਿਰ ਵਿਧ ਕੋਈ ਨਾ ਕੋਈ ਬਣ ਜਾਣੀ ਹੈ। ਕਿਸੇ ਨਾ ਕਿਸੇ ਬਹਾਨੇ ਦੇ ਨਾਲ, ਕਿਸੇ ਦੇ ਸੰਗ ਨਾਲ, ਕਿਸੇ ਦੇ ਸਹਿਯੋਗ ਨਾਲ ਉਹ ਜੀਵ ਗੁਰੂ ਤੱਕ ਪਹੁੰਚ ਜਾਏਗਾ ਤੇ ਗੁਰੂ ਉਹਨੂੰ ਪਰਮਾਤਮਾ ਮਿਲਾ ਦੇਗਾ। ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਰਤਾਲਾਪ ਕਰਾਈ ਹੈ। ਇੱਕ ਦੇ ਅੰਦਰ ਮਿਲਣ ਦੀ ਇੱਛਾ ਹੈ, ਇੱਕ ਉਹ ਹੈ ਜਿਹੜਾ ਗੁਰੂ ਤੱਕ, ਪਰਮਾਤਮਾ ਤੱਕ ਪਹੁੰਚਿਆ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਿਹਨੇ ਅਜੇ ਤੁਰਿਆ ਹੈ ਜਿਹੜਾ, ਉਹ ਜਾ ਕੇ ਪੁੱਛਦਾ ਹੈ ਕਿ ਮੇਰੇ ਵੀਰ, ਮੇਰੇ ਭਰਾ, ਮੈਂ ਤੇਰੇ ਕੋਲੇ ਇਸ ਵਾਸਤੇ ਆਉਂਦਾ ਹਾਂ, ਮੈਂ ਤੈਨੂੰ ਇਹ ਬੇਨਤੀ ਕਰਦਾ ਕਿਉਂਕਿ ਮੈਂ ਤੇਰੇ ਜੀਵਨ ਨੂੰ ਤੱਕਦਾ ਹਾਂ, ਮੈਂ ਤੇਰੇ ਵੱਲੇ ਵੇਖਦਾ ਹਾਂ ਤੇ ਮੈਨੂੰ ਇਉਂ ਲੱਗਦਾ ਹੈ ਕਿ ਤੂੰ ਮੇਰਾ ਹੈ ਤਾਂ ਭਰਾ ਹੀ ਹੈ, ਪਰ ਮੇਰੇ ਤੋਂ ਬਹੁਤ ਤੂੰ ਅੱਗੇ ਹੈ। ਤੂੰ ਮਾਲਕ ਦੇ ਦਰ ਦੇ ਉੱਤੋਂ ਰਹਿਮਤਾਂ ਲੈ ਲਈਆਂ ਨੇ। ਮੈਂ ਚਾਹੁੰਦਾ ਮੈਂ ਤੇਰੇ ਰਾਹੀਂ ਗੁਰੂ ਤੱਕ, ਪਰਮਾਤਮਾ ਤੱਕ ਪਹੁੰਚ ਜਾਵਾਂ। ਇਹਦੇ ਵਾਸਤੇ ਵੀਰ ਮੈਨੂੰ ਕੀ ਕਰਨਾ ਪੈਣਾ ਹੈ? ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਵਿੱਚ ਕਹਿ ਰਹੇ ਨੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ,
के सुन मीता धूरी कौ बल जाई। ऐ मेरे वीर मेरे मित्र, मैं तेरी धूड़ तो कुर्बान जादा। ਇਹ ਮਨ ਤੇਰਾ ਭਾਈ, ਇਹ ਮੈਂ ਮਨ ਤੈਨੂੰ ਵੀਰ ਸੌਂਪ ਦਿੰਦਾ ਤੇ ਮੈਂ ਤੇਰੀ ਧੂੜੀ ਤੋਂ ਕੁਰਬਾਨ ਜਾਵਾਂ, ਤੈਨੂੰ ਮਨ ਸੌਂਪਦਾ ਹਾਂ। ਤੇ ਉਹ ਪੁੱਛਦਾ ਵੀ ਮੈਨੂੰ ਮਨ ਕਾਹਦੇ ਵਾਸਤੇ ਦਿੰਦਾ ਹੈ ਤੂੰ, ਮੇਰੀ ਧੂੜੀ ਤੋਂ ਕਿਉਂ ਕੁਰਬਾਨ ਜਾਂਦਾ ਹੈ? ਉਹ ਕਹਿੰਦਾ ਇਸ ਕਰਕੇ ਜਾਂਦਾ ਹਾਂ ਵੀਰ, ਕਿਉਂਕਿ ਮੈਨੂੰ ਇੱਕ ਗੱਲ ਦੀ ਤਾਂ ਸਮਝ ਆ ਗਈ ਹੈ ਕਿ ਸਾਡਾ ਪਿਤਾ ਇੱਕੋ ਹੀ ਹੈ, ਸਾਡੀ ਮਾਤਾ ਇੱਕੋ ਹੀ ਹੈ, ਸਾਡਾ ਮਾਂ ਪਿਓ ਇੱਕ ਹੈ, ਭਾਵ ਪਰਮਾਤਮਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਗੁਰਹਾਈ ਤੋਂ ਭਾਵ ਹੈ ਮੇਰਾ ਵੱਡਾ ਵੀਰ, ਤੂੰ ਮੇਰਾ ਵੱਡਾ ਭਰਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬੜੀ ਜਗਿਆਸਾ ਲੈ ਕੇ ਆਇਆ ਹੈ। ਉਹ ਕਹਿ ਲਗਾ ਸਾਡਾ ਮਾਲਕ ਇੱਕ ਹੈ, ਸਾਡਾ ਪਿਤਾ ਇੱਕ ਹੈ ਤੇ ਮੈਂ ਤੇਰਾ ਛੋਟਾ ਵੀਰ ਹੈ, ਤੂੰ ਮੇਰਾ ਵੱਡਾ ਵੀਰ ਹੈ। ਮੈਂ ਤੇਰੇ ਕੋਲੇ ਇਸ ਕਰਕੇ ਆਇਆ ਵੀਰ, ਕਿਉਂਕਿ ਮੈਂ ਮਾਲਕ ਪਰਮਾਤਮਾ ਪਰਮੇਸ਼ਰ ਦੀ ਰਹਿਮਤ ਲੈਣੀ ਚਾਹੁੰਦਾ, ਮੈਂ ਮਿਲਣਾ ਚਾਹੁੰਦਾ। ਇਹਦਾ ਮਤਲਬ ਹੋਇਆ ਕਿ ਇੱਕ ਜਿਹੜਾ ਜੀਵ ਮਿਲਣਾ ਚਾਹੁੰਦਾ ਉਹਨੂੰ ਪਹਿਲੀ ਤੇ ਗੱਲ ਇਹ ਹੈ ਕਿ ਉਹਦੇ ਅੰਦਰ ਜਗਿਆਸਾ ਤੇ ਪੈਦਾ ਹੋਈ ਹੈ ਨਾ ਮਿਲਣ ਦੀ। ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਮੇਰੇ ਜੀਵਨ ਦਾ ਲਕਸ਼ ਕੀ ਹੈ, ਮੇਰੇ ਜੀਵਨ ਦਾ ਮਨੋਰਥ ਕੀ ਹੈ, ਮੈਂ ਸੰਸਾਰ ਤੇ ਆਇਆ ਕਿਸ ਵਾਸਤੇ ਹੈ। ਇਹਦਾ ਮਤਲਬ ਉਹਦੇ ਅੰਦਰ ਕੁਝ ਗੁਣ ਵਾਹਿਗੁਰੂ ਨੇ ਪੈਦਾ ਪਹਿਲਾਂ ਕਰ ਦਿੱਤੇ ਨੇ, ਕੁਝ ਗੁਣ ਉਹਦੇ ਅੰਦਰ ਪਰਮਾਤਮਾ ਗੁਰੂ ਪਰਮੇਸ਼ਰ ਨੇ ਪੈਦਾ ਕਰ ਦਿੱਤੇ ਨੇ। ਤੁਸੀਂ ਕਦੀ ਝਾਤ ਮਾਰ ਕੇ ਦੇਖੋ, ਜਦੋਂ ਕਿਸੇ ਮਨੁੱਖ ਦੇ ਜੀਵਨ ਵਿੱਚ ਕੋਈ ਤਬਦੀਲੀ ਆਉਂਦੀ ਹੈ ਤੇ ਪਹਿਲਾਂ ਕੁਝ ਨਾ ਕੁਝ ਲੱਛਣ, ਕੁਝ ਨਾ ਕੁਝ ਨਿਸ਼ਾਨੀਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਫਿਰ ਆਪਾਂ ਕਈ ਵਾਰ ਇਹ ਕਹਿਣ ਲੱਗ ਪੈਂਦੇ ਹਾਂ, ਆਪਾਂ ਕਹਿੰਦੇ ਵੇਖੋ ਬਈ ਮਾਲਕ ਦੀ ਕਿਰਪਾ ਲੱਗਦਾ ਇਸ ਜੀਵ ਦੇ ਉੱਤੇ ਵੀ ਹੋਣ ਲੱਗ ਪਈ ਹੈ, ਭਾਈ ਇਹ ਗੁਰਦੁਆਰੇ ਆਉਣ ਲੱਗ ਪਿਆ। ਕੁਝ ਪਹਿਲਾਂ ਲੱਛਣ ਹੁੰਦੇ ਆ, ਨਿਸ਼ਾਨੀਆਂ ਹੁੰਦੀਆਂ, ਆਪਾਂ ਕਹਿੰਦੇ ਭਾਈ ਇਹ ਗੁਰਦੁਆਰੇ ਆਉਣ ਲੱਗ ਪਿਆ ਹੈ, ਸੰਗਤ ਵਿੱਚ ਆਉਣ ਲੱਗ ਪਿਆ ਹੈ, ਇਹ ਸੇਵਾ ਕਰਨ ਲੱਗ ਪਿਆ ਹੈ। ਇਹਦਾ ਮਤਲਬ ਕੁਝ ਨਾ ਕੁਝ ਤਾਂ ਪਹਿਲਾਂ ਲੱਛਣ ਉਹਦੇ ਸਾਨੂੰ ਨਜ਼ਰ ਆਉਂਦੇ ਨੇ ਵੀ ਉਹਨੂੰ ਸੇਵਾ, ਉਹਨੂੰ ਸਿਮਰ ਸੰਗਤ, ਉਸ ਨੂੰ ਗੁਰੂ ਘਰ ਗੁਰਦੁਆਰੇ ਵਿੱਚ ਆਉਣ ਦੀ ਲਗਨ ਪਹਿਲਾਂ ਗੁਰੂ ਪਰਮਾਤਮਾ ਪਰਮੇਸ਼ਰ ਨੇ ਲਾ ਦਿੱਤੀ ਹੈ। ਫਿਰ ਜਦੋਂ ਇਸ ਬੰਨੇ ਜੀਵ ਤੁਰ ਪੈਂਦਾ ਹੌਲੀ ਹੌਲੀ ਉਹਦੇ ਅੰਦਰ ਫਿਰ ਜਗਿਆਸਾ ਪੈਦਾ ਹੁੰਦੀ ਹੈ ਕਿ ਮੈਂ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹਦੇ ਤੋਂ ਟੁੱਟਿਆ ਹੋਇਆ ਹਾਂ, ਉਹਦੇ ਨਾਲ ਮੇਰੀ ਸਾਂਝ ਕਿਵੇਂ ਬਣ ਸਕਦੀ ਹੈ। ਜਿੰਨੀ ਦੇਰ, ਸਭ ਤੋਂ ਪਹਿਲੀ ਤੇ ਇਹ ਗੱਲ ਹੈ ਕਿ ਜਿਹੜਾ ਬੰਦਾ ਰੋਗੀ ਹੈ, ਜੇ ਵੈਦ ਕੋਲੇ ਜਾ ਕੇ, ਹਕੀਮ ਕੋਲੇ ਜਾ ਕੇ, ਡਾਕਟਰ ਦੇ ਕੋਲੇ ਜਾ ਕੇ ਉਹ ਪਹਿਲਾਂ ਇਹੀ ਨਹੀਂ ਅੰਦਰ ਅਹਿਸਾਸ ਕਰਦਾ ਕਿ ਮੈਂ ਰੋਗੀ ਹਾਂ। ਜੋ ਇਹ ਕਵੇ ਡਾਕਟਰ ਦੇ ਕੋਲੇ ਜਾ ਕੇ ਮੈਂ ਤਾਂ ਰਾਜੀ ਬਾਜੀ ਹਾਂ, ਤੇ ਫਿਰ ਉਹ ਕਹੇਗਾ ਲੈਣ ਕੀ ਆਇਆ ਇੱਥੇ। ਪਹਿਲਾਂ ਡਾਕਟਰ ਕੋਲੇ ਜਾ ਕੇ ਆਪਣੀ ਸਾਰੀ ਸਿਆਣਪ, ਚਲਾਕੀ, ਚਤਰਾਈ ਛੱਡਣੀ ਪੈਂਦੀ ਹੈ ਤੇ ਉਹਨੂੰ ਦੱਸਣਾ ਪੈਂਦਾ, ਸਾਰਾ ਰੋਗ ਦੱਸਣਾ ਪੈਂਦਾ ਵੈਦ ਨੂੰ, ਉਹਨੂੰ ਸਭ ਕੁਝ ਦੱਸਣਾ ਪੈਂਦਾ, ਮੈਨੂੰ ਕੀ ਕੀ ਬਿਮਾਰੀ ਹੈ, ਮੈਨੂੰ ਕੀ ਕੀ ਹੁੰਦਾ ਹੈ। ਉਹ ਫਿਰ ਅੱਗੋਂ ਵੈਦ ਕਹਿੰਦਾ ਹੈ ਜੋ ਕੁਝ ਤੂੰ ਮੈਨੂੰ ਦੱਸ ਦਿੱਤਾ, ਮੈਂ ਤੇਰੇ ਦੱਸਣ ਮੁਤਾਬਕ ਤੇਰੀ ਬਿਮਾਰੀ ਦੇ ਕੁਝ ਲੱਛਣ ਲੱਭ ਲਏ ਨੇ। ਜੋ ਤੂੰ ਦੱਸਿਆ ਨਾ, ਤੇਰੇ ਦੱਸਣ ਦੇ ਮੁਤਾਬਕ ਮੈਂ ਕੁਝ ਅੰਦਾਜ਼ਾ ਲਾ ਲਿਆ ਵੀ ਤੈਨੂੰ ਬਿਮਾਰੀ ਕੀ ਹੈ, ਮੈਂ ਕੁਝ ਉਹਦੇ ਲੱਛਣ ਲੱਭ ਲਏ ਨੇ। ਹੁਣ ਤੂੰ ਇੱਕ ਕੰਮ ਕਰੀ, ਮੈਂ ਤੇਰੀ ਬਿਮਾਰੀ ਨੂੰ ਲੱਭ ਕੇ ਉਹਦੀ ਦਵਾਈ ਦਿਆਂਗਾ ਤੇ ਮੇਰੇ ਆਖੇ ਲਾ ਕੇ ਤੂੰ ਇੱਕ ਕੰਮ ਕਰੀ, ਜਿਵੇਂ ਜਿਵੇਂ ਮੈਂ ਤੈਨੂੰ ਦਵਾਈ ਦੱਸਾਂਗਾ ਉਵੇਂ ਉਵੇਂ ਤੂੰ ਦਵਾਈ ਖਾਈ ਜਾਵੀਂ। ਤੇ ਮੈਂ ਆਪਣੀ ਦਵਾਈ ਉੱਤੇ ਇੰਨਾ ਕੁ ਭਰੋਸਾ ਰੱਖ ਕੇ ਕਹਿਣਾ ਕਿ ਜਿਹੜੀ ਦਵਾਈ ਦਾ ਮੈਂ, ਜਿਹੜੇ ਰੋਗ ਦਾ ਮੈਂ ਮਾਹਰ ਹਾਂ, ਉਹ ਰੋਗ ਮੈਂ ਤੇਰਾ ਜ਼ਰੂਰ ਠੀਕ ਕਰ ਦਿਆਂਗਾ, ਕਿਉਂਕਿ ਮੈਨੂੰ ਉਸ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਪਰ ਇੱਕ ਕੰਮ ਤੈਨੂੰ ਕਰਨਾ ਪੈਣਾ ਵੀ ਦਵਾਈ ਜਿਵੇਂ ਮੈਂ ਦੱਸਣੀ ਹੈ, ਖਾਣੀ ਵੀਰ ਉਸੇ ਤਰ੍ਹਾਂ ਹੀ ਹੈ। ਭਾਈ ਗੁਰਦਾਸ ਜੀ ਨੇ ਬਕਾਇਦਾ ਪ੍ਰਮਾਣ ਵੀ ਇਹ ਦਿੱਤੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਸਭ ਤੋਂ ਪਹਿਲੀ ਤਾਂ ਇਹ ਗੱਲ ਹੈ ਕਿ ਜੀਵ ਪੁੱਛਦਾ ਪਹਿਲਾਂ ਮਾਲਕ ਦੇ ਘਰ ਦਾ ਮਾਰਗ ਪੁੱਛਦਾ ਹੈ, ਪਰ ਆਮ ਤੌਰ ਤੇ ਹੁੰਦੀ ਇਹੀ ਗੱਲ ਹੈ, ਅਸੀਂ ਜ਼ਿਆਦਾਤਰ ਤੇ ਮਾਰਗ ਪੁੱਛਣ ਵਾਲੇ ਬੰਨੇ ਜ਼ਿਆਦਾ ਰਹਿੰਦੇ ਹਾਂ। ਹਰ ਬੰਦਾ ਆਇਆ ਉਹਦੇ ਤੋਂ ਪੁੱਛ ਲਓ, ਹਰ ਬੰਦਾ ਆਇਆ ਉਹਦੇ ਤੋਂ ਪੁੱਛ ਲਓ, ਪਰ ਗੱਲ ਪੁੱਛਿਆ ਕੁਝ ਨਹੀਂ ਹੋਣਾ, ਗੱਲ ਤੇ ਤੁਰਿਆ ਹੀ ਬਣਨੀ ਹੈ ਨਾ। ਪੁੱਛਣ ਨੂੰ ਤੇ ਭਾਵੇਂ 50 ਜਣਿਆਂ ਤੋਂ ਪੁੱਛੀ ਜਾਓ, ਗੱਲ ਪੁੱਛਣ ਨਾਲ ਨਹੀਂ, ਗੱਲ ਤੁਰਨ ਨਾ ਬਣਨੀ। ਉਦਾਹਰਨ ਦੇ ਤੌਰ ਤੇ ਆਪਾਂ ਟਰਾਂਟੋ ਨੂੰ ਜਾਣਾ ਹੋਵੇ ਤੇ ਸਾਈਨ ਬੋਰਡ ਅੱਗੇ ਲੱਗਾ ਹੋਵੇ, ਬੰਦਾ ਅਨਪੜ੍ਹ ਹੋਵੇ, ਪੜ੍ਹਿਆ ਨਾ ਹੋਵੇ, ਤੇ ਉਹ ਪੁੱਛ ਲਵੇ ਕਿ ਭਾਈ ਸਾਹਿਬ ਮੈਂ ਟਰਾਂਟੋ ਨੂੰ ਜਾਣਾ, ਤੇ ਕਿਸੇ ਚਰਾਏ 'ਚ ਖੜਿਆ ਹੋਵੇ, ਤੇ ਜਿਹੜਾ ਬੰਦਾ ਉੱਥੇ ਪਹੁੰਚਿਆ ਹੋਵੇ, ਜਿਹਨੂੰ ਟਰਾਂਟੋ ਬਾਰੇ ਚੰਗੀ ਤਰ੍ਹਾਂ ਰਸਤੇ ਦੀ ਜਾਣਕਾਰੀ ਹੋਵੇ, ਉਹਨੂੰ ਦੱਸ ਦੇਗਾ ਵੀ ਇੱਥੋਂ ਇਸ ਸੜਕ ਤੇ ਪੈ ਜਾਵੀਂ, ਅੱਗੋਂ ਇੱਧਰ ਨੂੰ ਚਲੇ ਜਾਵੀਂ, ਪਰ ਸਿੱਧਾ ਹੀ ਤੁਰਿਆ ਜਾਵੀਂ, ਪੁੱਛਣ ਦੀ ਕਿਤੇ ਲੋੜ ਨਹੀਂ ਪੈਣੀ, ਤੂੰ ਪਹੁੰਚ ਜਾਏਗਾ। ਤੇ ਉਹ ਬੰਦਾ ਖਲੋਤਾ ਉੱਥੇ ਹੀ ਰਵੇ। ਫਿਰ ਦੂਜਾ ਬੰਦਾ ਆਉਂਦਾ ਹੈ, ਉਹਨੂੰ ਵੀ ਪੁੱਛਦਾ ਕਿ ਵੀਰ ਮੈਂ ਟਰਾਂਟੋ ਨੂੰ ਜਾਣਾ, ਉਹ ਕਹੇਗਾ ਵੀ ਆਹ ਰਸਤਾ ਉੱਧਰ ਨੂੰ ਜਾਂਦਾ। ਫਿਰ ਤੀਜਾ ਆ ਜਾਵੇ, ਫਿਰ ਚੌਥਾ। ਸਾਡੀ ਹਾਲਤ ਅਸਲ 'ਚ ਇਹੀ ਹੈ, ਅਸੀਂ ਰਸਤੇ ਪੁੱਛਣ 'ਚ ਬਹੁਤਾ ਜ਼ਿਆਦਾ ਧਿਆਨ ਰੱਖਦੇ ਹਾਂ,
ਪਰ ਤੁਰਨ ਵਾਲੇ ਬੰਨੇ ਨਹੀਂ। ਤੇ ਕੋਈ ਸਿਆਣਾ ਉਹਨੂੰ ਇਹ ਕਹੇਗਾ ਵੀ ਸਵੇਰ ਤੋਂ ਸ਼ਾਮਾਂ ਤੱਕ ਤੈਨੂੰ ਕਿਸੇ ਦੱਸਿਆ ਹੀ ਨਹੀਂ, ਤੇ ਉਹ ਅੱਗੋਂ ਬੰਦਾ ਕਹੇਗਾ ਨਹੀਂ ਮੈਂ ਪੁੱਛਿਆ ਤੇ 50 ਬੰਦਿਆਂ ਨੂੰ, ਮੈਂ ਤੇ ਉਹ ਕਹੇਗਾ ਫਿਰ ਇੱਥੇ ਖਲੋਤਾ ਕੀ ਕਰਦਾ। ਜੇ 50 ਬੰਦਿਆਂ ਨੂੰ ਪੁੱਛਿਆ ਹੈ ਤੇ ਇੱਥੇ ਤੂੰ ਮੌਂਟਰੀ ਵਾਲੀ ਰਵੇਂਗਾ, ਨਹੀਂ ਟਰਾਂਟੋ ਪਹੁੰਚ ਸਕਦਾ ਤੂੰ। ਜੇ ਪਹੁੰਚਣਾ ਤੇ ਵੀਰ ਆਪਣੀ ਗੱਡੀ ਤੋਰ ਇੱਥੋਂ, ਇਹਨੂੰ ਚਲਾ ਗੱਡੀ ਨੂੰ। ਜੇ ਆਪੜਨਾ ਚਾਹੁੰਦਾ, ਜਾਣਾ ਚਾਹੁੰਦਾ ਹੈ ਤੇ ਫਿਰ ਤੈਨੂੰ ਕੁਝ ਹਿੰਮਤ ਕਰਨੀ ਪੈਣੀ ਹੈ, ਤੁਰਨਾ ਪੈਣਾ, ਇੱਥੇ ਖਲੋਤਿਆਂ ਨਹੀਂ ਗੱਲ ਬਣਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੀ ਉਦਾਹਰਨ ਇਹ ਦਿੰਦੇ ਨੇ ਕਿ ਬਹੁਤਾ ਪੁੱਛਣ ਵਿੱਚ ਲੱਗੇ ਰਹੇ, ਸਾਰੀ ਜ਼ਿੰਦਗੀ ਪੁੱਛਦੇ ਰਹੇ। ਮਸਕੀਨ ਸਾਹਿਬ ਦੇ ਮੈਨੂੰ ਕਈ ਵਾਰ ਬੋਲ ਯਾਦ ਆਉਂਦੇ ਨੇ। ਉਹ ਕਈ ਵਾਰ ਮੰਜੀ ਸਾਹਿਬ ਤੋਂ ਕਥਾ ਕਰਦਿਆਂ ਹੋਇਆਂ ਉਹਨਾਂ ਨੇ ਸ਼ਬਦ ਦੁਹਰਾਏ ਨੇ ਆਪਣੀ ਕਥਾ ਦੇ ਵਿੱਚ। ਉਹ ਕਹਿੰਦੇ ਮੈਂ ਦੇਖਦਾ ਕਿ 30-35 ਸਾਲ ਤੋਂ ਮਸਕੀਨ ਸਾਹਿਬ ਕਹਿੰਦੇ ਮੈਂ ਮੰਜੀ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦੇ ਕਥਾ ਦੀ ਸੇਵਾ ਲਈ, ਤੇ ਕਹਿੰਦੇ ਹਰ ਸਾਲ ਹੀ ਕਹਿੰਦੇ ਮੇਰੇ ਕੋਲੇ ਸਵਾਲ ਉਹੀ 2-4 ਲੈ ਕੇ ਆਉਂਦੇ ਨੇ ਲੋਕ। ਤੇ ਕਹਿੰਦੇ ਜਿਹੜੇ ਸਵਾਲ ਮੇਰੇ ਤੋਂ 4-5 ਸਾਲ ਪਹਿਲਾਂ, 10 ਸਾਲ ਪਹਿਲਾਂ ਲੋਕਾਂ ਪੁੱਛੇ, ਉਹੀ ਪੁੱਛੀ ਜਾਂਦੇ ਨੇ ਬਾਰ-ਬਾਰ ਵੀ ਮੂਲ ਮੰਤਰ ਦੱਸਿਓ ਜੀ ਕਿੱਥੋਂ ਤੱਕ ਹੈ, ਨਿਤਨੇਮ ਦੀਆਂ ਬਾਣੀਆਂ ਦੱਸਿਓ ਜੀ, ਵਾਹਿਗੁਰੂ ਕਿਵੇਂ ਜਪਣਾ ਜੀ, ਇਹਦਾ ਕੀ ਮਤਲਬ ਹੈ ਜੀ, ਤੇ ਕਿਸ ਤਰੀਕੇ ਨਾਲ ਵਾਹਿਗੁਰੂ ਸਾਹ ਕਿਵੇਂ ਅੰਦਰ ਖੜੀਏ, ਬਾਹਰ ਕਿਵੇਂ ਖੜੀਏ। ਮਸਕੀਨ ਸਾਹਿਬ ਕਹਿੰਦੇ ਬਸ 10 ਸਾਲ ਹੋ ਗਈ ਅਜੇ ਤੱਕ ਇਹ ਹੀ ਨਹੀਂ ਸਮਝ ਲੱਗੀ ਵੀ ਵਾਹਿਗੁਰੂ ਕੀ ਕਹਿਣਾ ਹੈ, ਮੂਲ ਮੰਤਰ ਕੀ ਹੈ। ਕਹਿੰਦੇ ਬਸ ਪੁੱਛੀ ਜਾਂਦੇ। ਤੇ ਸਾਡੀ ਹਾਲਤ ਇਹੀ ਹੈ, ਹਰ ਬੰਦਾ ਆਉਂਦਾ ਹੈ, ਹਰ ਪ੍ਰਚਾਰਕ ਦੇ ਕੋਲੇ ਅਸੀਂ ਜਾ ਕੇ ਸਵਾਲ ਉਹੀ 2-4 ਰੱਖਣੇ ਹੁੰਦੇ ਆ। ਜਾਂ ਤੇ ਮਾਸ ਬਾਰੇ ਛਿੜ ਕੇ ਬਹਿ ਜਾਗੇ ਵੀ ਇਹ ਦੱਸੋ ਜੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਰਾਗਮਾਲਾ ਬਾਰੇ ਦੱਸਿਓ ਜੀ ਭਲਾ ਤੁਹਾਡਾ ਕੀ ਵਿਚਾਰ ਹੈ। ਜਾਂ ਪੁੱਛੀ ਜਾਵਾਂਗੇ ਜੀ ਆ ਮੂਲ ਮੰਤਰ ਬਾਰੇ ਦੱਸਿਓ ਕਿ ਤੁਹਾਡੇ ਕੀ ਵਿਚਾਰ ਹੈ। ਇਹਦਾ ਮਤਲਬ ਹੈ ਕਿ ਜਿਹੜਾ ਪੁੱਛਣ ਵਾਲਾ ਹੈ ਸਿਰਫ ਤੇ ਸਿਰਫ ਉਹਦਾ ਕੰਮ ਪੁੱਛਣਾ ਹੀ ਹੈ, ਅਸਲ ਵਿੱਚ ਜਾਣਨਾ ਉਹ ਵੀ ਕੁਝ ਨਹੀਂ ਚਾਹੁੰਦਾ। ਅਸਲੀਅਤ ਇਹ ਹੈ, ਜਾਣਨਾ ਉਹ ਵੀ ਕੁਝ ਨਹੀਂ ਚਾਹੁੰਦਾ, ਉਹ ਸਵਾਦ ਹੀ ਲੈਣਾ ਚਾਹੁੰਦਾ ਵੀ ਭਲਾ ਇਹ ਕੀ ਕਹਿੰਦਾ, ਹੁਣ ਦੂਜਾ ਆਵੇਗਾ ਭਲਾ ਉਹ ਕੀ ਕਹਿੰਦਾ ਹੈ। ਹਾਲਤ ਸਮਾਜ ਦੀ ਇਹੀ ਬਣੀ ਪਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਹਿਲੀ ਉਦਾਹਰਨ ਇਹ ਦਿੱਤੀ ਵੀ ਕੇਵਲ ਪੁੱਛਣ 'ਚ ਯਕੀਨ ਰੱਖਦੇ ਆ, ਤੁਰਦਾ ਕੋਈ ਨਹੀਂ। ਦੂਜੀ ਉਦਾਹਰਨ ਭਾਈ ਸਾਹਿਬ ਕਹਿੰਦੇ ਨੇ ਕੋਈ ਵੈਦ ਕੋਲੇ ਚਲਿਆ ਗਿਆ, ਹਕੀਮ ਕੋਲੇ ਚਲਿਆ ਗਿਆ, ਡਾਕਟਰ ਕੋਲੇ ਚਲਿਆ ਗਿਆ ਹੈ ਤੇ ਜਾ ਕੇ ਉਸ ਨੂੰ ਆਪਣੀ ਬਿਮਾਰੀ ਸਾਰੀ ਦੱਸ ਦਿੱਤੀ। ਵੈਦ ਨੂੰ ਬਿਮਾਰੀ ਦੱਸੀ, ਵੈਦ ਨੇ ਅੱਗੋਂ ਦਵਾਈ ਦੇ ਦਿੱਤੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾ ਵੈਰ ਤੇ ਯਕੀਨ, ਨਾ ਵੈਰ ਤੇ ਭਰੋਸਾ। ਘਰੇ ਆਇਆ, ਦਵਾਈ ਚੁੱਪ ਕਰਕੇ ਲਿਆ ਕੇ ਉਹਨੇ ਅਲਮਾਰੀ 'ਚ ਰੱਖ ਦਿੱਤੀ। ਅਗਲਾ ਦਿਨ ਹੋਇਆ ਡਾਕਟਰ ਦੂਜਾ ਲੱਭ ਲਿਆ, ਦੂਜੇ ਡਾਕਟਰ ਕੋਲੇ ਚਲਿਆ ਗਿਆ, ਆਪਣੀ ਸਾਰੀ ਬਿਮਾਰੀ ਉਹਨੂੰ ਜਾ ਕੇ ਦੱਸੀ। ਤੇ ਉਹਨੇ ਵੀ ਅੱਗੋਂ ਇਹੀ ਗੱਲ ਕਹੀ ਕਿ ਤੇਰੀ ਬਿਮਾਰੀ ਦੇ ਮੈਂ ਲੱਛਣ ਲੱਭ ਲਏ ਨੇ, ਤੂੰ ਆਹ ਦਵਾਈ ਮੇਰੇ ਕੋਲੋਂ ਲੈ ਜਾ ਤੇ ਜਿਹੜੇ ਢੰਗ ਤਰੀਕੇ ਨਾਲ ਮੈਂ ਦੱਸਿਆ ਇਹਨੂੰ ਖਾਵੀਂ। ਭਾਈ ਸਾਹਿਬ ਕਹਿੰਦੇ ਉਹਦੇ ਕੋਲੋਂ ਦਵਾਈ ਲਿਆ ਕੇ ਵੀ ਅਲਮਾਰੀ ਵਿੱਚ ਰੱਖ ਲਈ, ਤੀਜੇ ਡਾਕਟਰ ਕੋਲੋਂ ਵੀ ਲਿਆ ਕੇ, ਚੌਥੇ ਕੋਲੋਂ ਵੀ ਲਿਆ ਕੇ। ਤੇ ਭਾਈ ਗੁਰਦਾਸ ਜੀ ਕਹਿੰਦੇ ਦੱਸੋ ਵੀ ਉਹ ਬੰਦਾ ਕਦੀ ਰਾਜੀ ਹੋ ਸਕਦਾ ਜਿਹੜਾ ਡਾਕਟਰ ਕੋਲੇ ਜਾਂਦਾ ਜ਼ਰੂਰ ਹੈ, ਦਵਾਈ ਪੁੱਛਦਾ ਵੀ ਜ਼ਰੂਰ ਹੈ, ਲਿਆਉਂਦਾ ਵੀ ਜ਼ਰੂਰ ਹੈ, ਪਰ ਦਵਾਈ ਖਾਂਦਾ ਹੀ ਨਹੀਂ, ਲਿਆ ਕੇ ਅਲਮਾਰੀਆਂ 'ਚ ਰੱਖੀ ਤੁਰਿਆ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਦੱਸੋ ਵੀ ਉਸ ਬੰਦੇ ਦੇ ਕਦੀ ਇਲਾਜ ਹੋ ਸਕਦਾ, ਉਹਨੂੰ ਕਦੀ ਅਰੋਗਤਾ ਮਿਲ ਸਕਦੀ ਹੈ। ਭਾਈ ਗੁਰਦਾਸ ਕਹਿੰਦੇ ਨਹੀਂ। ਤੀਸਰੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿੰਦੇ ਨੇ ਸਾਡੇ ਕਰਮ ਤੇ ਦੁਹਾਗਣਾ ਵਾਲੇ ਨੇ, ਸਾਡੇ ਕਰਮ ਤੇ ਜਿਹੜੇ ਨੇ ਉਹ ਕਰਮਕਾਂਡੀਆਂ ਵਾਲੇ ਨੇ, ਦੁਹਾਗਣਾ ਵਾਲੇ ਨੇ। ਤੇ ਭਾਈ ਸਾਹਿਬ ਜੀ ਕਹਿੰਦੇ ਗੱਲਾਂ ਸੁਹਾਗਣਾ ਵਾਲੀਆਂ ਕਰੀ ਜਾਣੀਆਂ, ਗੱਲਾਂ ਗੁਰਮੁਖਾਂ ਵਾਲੀਆਂ ਕਰੀ ਜਾਣੀਆਂ, ਗੱਲਾਂ ਬ੍ਰਹਮ ਗਿਆਨ ਦੀਆਂ ਕਰੀ ਜਾਣੀਆਂ। ਤੇ ਭਾਈ ਸਾਹਿਬ ਜੀ ਕਹਿੰਦੇ ਦੱਸੋ ਗੱਲਾਂ ਕਰਨ ਦੇ ਨਾਲ ਤੇ ਬ੍ਰਹਮ ਗਿਆਨ ਨਹੀਂ ਨਾ ਹਾਸਲ ਹੋ ਜਾਣਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਆਪਣੀ ਇਸ ਸ਼ਬਦ ਵਿੱਚ? ਭਾਈ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿੰਨੀ ਦੇਰ ਗੁਰੂ ਦੇ ਉਪਦੇਸ਼ ਨੂੰ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਕੇ ਨਹੀਂ ਤੁਰੇਗਾ, ਉਨੀ ਦੇਰ ਕੋਈ ਪ੍ਰਾਪਤੀ ਹੋਣੀ, ਭਾਵੇਂ ਸਾਰੀ ਜ਼ਿੰਦਗੀ ਬੰਦਾ ਇਹ ਪੁੱਛੀ ਪਛਾਉਣ ਦੇ ਵਿੱਚ ਚੱਕਰਾਂ 'ਚ ਪਿਆ ਰਵੇ। ਭਾਈ ਸਾਹਿਬ ਦੇ ਬੋਲ ਨੇ, ਭਾਈ ਸਾਹਿਬ ਕਹਿੰਦੇ ਪੂਛਤ ਹੈ ਪਥ ਕਤੈ ਮਾਰਗ ਨਾ ਧਾਰੈ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਹਿ ਜਾਈਏ। ਪੂਛਤ ਹੈ ਵੈਦ, ਵੈਦ ਨੂੰ ਜਾ ਕੇ ਪੁੱਛਦਾ, ਖਾਤ ਔਖਦ ਨਾ ਸੰਜਮ ਸਹਿ। ਭਾਈ ਸਾਹਿਬ ਜੀ ਕਹਿੰਦੇ ਉਹਦੀ ਦੱਸਣ ਦੀ ਜੁਗਤ ਮੁਤਾਬਕ, ਸੰਜਮ ਦਾ ਅਰਥ ਹੈ ਜੁਗਤ, ਢੰਗ, ਤਰੀਕਾ, ਜਿਵੇਂ ਵੈਦ ਕਹਿੰਦਾ ਹੈ। ਭਾਈ ਸਾਹਿਬ ਕਹਿੰਦੇ ਪੂਛਤ ਹੈ ਵੈਦ, ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੂਛਤ ਹੈ ਭਾਈ ਸਾਹਿਬ ਜੀ ਕਹਿੰਦੇ ਪੂਛਤ ਹੈ ਸੁਹਾਗਣ ਧਰਮ ਦੁਹਾਗਣ ਕੈ, ਹਿਰਦੈ ਬੇਵਿਚਾਰ ਕਤ ਸੇਜਾ ਬੁਲਾਈਐ। ਤੇ ਭਾਈ ਗੁਰਦਾਸ ਕਹਿੰਦੇ ਗਾਏ ਸੁਣੇ ਆਖੈ ਮੀਚੈ, ਪਾਈਏ ਨਾ ਪਰਮ ਪਦ। ਭਾਈ ਸਾਹਿਬ ਕਹਿੰਦੇ ਗਾਉਣ ਨਾਲ, ਸੁਣਨ ਨਾਲ, ਅੱਖਾਂ ਮੀਟਣ ਨਾਲ ਕੁਝ ਨਹੀਂ ਹੋਣਾ। ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਿੰਨੀ ਦੇਰ ਗੁਰੂ ਦੇ ਉਪਦੇਸ਼ ਨੂੰ ਤੂੰ ਕਮਾਵੇਂਗਾ ਨਹੀਂ, ਉਨੀ ਦੇਰ ਗੱਲ ਬਣ ਨਹੀਂ ਸਕੇਗੀ। ਜਿਹੜੀ ਬੇਨਤੀ ਕਰ ਰਿਹਾ ਸੀ ਉਹ ਜਗਿਆਸੂ ਕਹਿੰਦਾ ਹੈ, ਜਿਹਦੇ ਅੰਦਰ ਜਗਿਆਸਾ ਪੈਦਾ ਹੋਈ ਹੈ ਕਿ ਵੀਰ ਮੈਨੂੰ ਦੱਸੋ ਕੀ ਢੰਗ ਹੈ, ਕੀ ਤਰੀਕਾ ਹੈ, ਕੀ ਜੁਗਤ ਹੈ ਕਿ ਮੈਂ ਵੀ ਚਾਹੁੰਦਾ ਮੇਰੇ ਉੱਤੇ ਵੀ ਕੋਈ ਕਿਰਪਾ ਹੋ ਜਾਵੇ ਮਾਲਕ ਦੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਉਹ ਹੱਥ ਜੋੜ ਜੋੜ ਕੇ ਕਹਿੰਦਾ ਹੈ
कि सुन मीता धूरी कौ बल जाई, ऐ वीर मैं तेरी चरण धूड़ी तो कुर्बान जावां। इत्थे चरण धूड़ी का मतलब है कि अपने आप को वो सब कुछ वो अर्पण करने नूं तैयार है। ये मन तेरा भाई वीर, तेरा मन मैं ये तेनों दिंदा हाँ, पर मैनू कोई वो ढंग कोई तरीका दस। तो सतगुरु गुरु अर्जन देव महाराज जी कहते हैं कि जिन्नी देर मनुख के अंदर पहला तो ये जो चाह पैदा होता ना, फिर गुरु रामदास महाराज जी के बचन ने, सतगुरु गुरु रामदास महाराज जी कहते फिर अंदरों जीव दियों ये अरदासां निकलदियां ने कि कोई आन मिलावै मेरा प्रीतम प्यारा, हाँ तिस पै आप विचाई। जग्यासू दियां कुछ निशानियां ने, कोई आन मिलावे मेरा प्रीतम प्यारा, हाँ तिस पै आप विचाई, दर्शन हर देखण कै ताई। इस करके मैं कहना अपने गुरु नूं कि उहदे दर्शनां दी मेरे अंदर लोचा है। सतगुरु महाराज कहते उहदे अंदरों दियां अरदासां इस तरह दियां निकलदियां ने कि कोई जन हरस्यों देवै जोर, बई कोई सहायक बन जाए, कोई जन हरस्यों देवै जोर, चरण गहूँ बकहूँ शुभ रसना, दीजै प्राण आकोर। गुरु अर्जन देव महाराज जी कहते जग्यासू कहता मैं अपनी रसना तो शुभ बचन बोलांगा, मैं अपनी रसना तो केवल शुभ बचन ही नहीं बोलांगा, जे मेरा प्राण भी मेरे चले जाएंगे इस काम के लिए तो मैं प्राण भी अपने त्याग देंगा। सतगुरु गुरु ग्रंथ साहिब महाराज जी की बाणी कहती है जो अंदर जग्यासा पैदा होती है उदों जीव ये कहता है कि मेरा मन लोचै गुर दर्शन ताई, बिलप करे चातरक की न्याई, त्रिखा न उतरै शांत न आवै, बिन दर्शन संत प्यारे जियो। हाँ भोली जियो घोल कमाई, गुर दर्शन संत प्यारे जियो। फिर वो अंदरों जोड़े शब्द निकलते हैं जग्यासू के अंदरों, वो शब्द ये होंगे ने कि एक घड़ी ना मिलते ता कल जुग होता, हुण कद मिलीए प्रिया तुद भगवंता, मोहि रहन ना विहावै नींद ना आवै, बिन देखै गुर दरबारे जियो। जो इस तरह की जग्यासा बनती है फिर मालिक किरपा करता। धन श्री गुरु नानक देव सच्चे पातशाह महाराज जी मेरे साहब भाई मरदाना जी नाल लिया है, तो सतगुरु गुरु नानक देव सच्चे पातशाह महाराज जी लाहौर चले गए। सतगुरु गुरु नानक देव सच्चे पातशाह महाराज जी लाहौर मेरे गरीब नवाज पातशाह महाराज जी ने एक दरखत के थले डेरा लाया, तो भाई मरदाने नूं कहन लगे भाई मरदाना जी रबाब छेड़ो बाणी आई है। भाई मरदाना जी ने रबाब नूं छेड़िया, भाव के रबाब नूं वजाया। श्री गुरु नानक देव सच्चे पातशाह महाराज ने करतार की सिफत की, निरंकार की वडियाई की। जिस वेले गुरु नानक देव महाराज जी ने कीर्तन दियाँ धुनां, सतगुरु गुरु नानक देव पातशाह महाराज जी दियाँ कीर्तन दियाँ धुनां जिस वेले चलियां, तो सतगुरु नानक देव सच्चे पातशाह के दर्शन करने वास्ते सिख संगतां आउण लग पईयां। श्री गुरु नानक देव सच्चे पातशाह महाराज जी विद्वान कहते हैं कि मेरे साहब ने एक हफ्ता दीवान सजाया। श्री गुरु नानक देव महाराज जी कीर्तन दियाँ धुनां लाउंदे ने, संगत सतगुरां दे चरनां विच आउण लग पई। एक बच्चा जिहड़ा निरंतर लगातार रोज़ाना आउंदा सी ते रोज़ आके उस बच्चे ने गुरु नानक देव सच्चे पातशाह महाराज जी का कीर्तन उन्हें सरवण करना। बाकी परिवार ने बाकी संगत ने चले जाना पर उस बच्चे ने ना जाना। जिग्यासा बंदे नूं कित्थों तक लै जाती है, इस बच्चे ने ना जाना, बाकी संगत चली जाती सी, परिवार के जी भी तुर जाते सन, पर यह बच्चा बैठा रहिंदा सी। वो कहता सी कि जिन्नी देर मैं अपनी मर्जी आपे मैं घरे आ जावांगा, तुसीं मैनूं मजबूर ना करना। परिवार नूं कहना, वो परिवार भी भागां वाला जिस परिवार के अंदर बच्चों अंदर इहो जी लगन लग जाए कि उन्होंने गुरु दरबार विच बैठ के गुरबाणी कीर्तन, गुरबाणी कथा, गुरबाणी विचार, गुरबाणी का पाठ सुनन दी बच्चों के अंदर लगन लग जाए, उन्होंने सुनन दी अंदर इच्छा पैदा हो जाए, उन्हों का मन गुरु महाराज जी के चरणों नाल टिकन लग पे, वो बच्चे भी भागां वाले तो परिवार भी भागां वाला। तो परिवार भी भागां वाला कि जिस परिवार दे विच वो बच्चा सी, भाई गुरदास ने सब तो पहलियां सिखां दी जो लिस्ट बनाई गुरु नानक देव जी की, उदों उस बच्चे का ही भाई साहब ने नाम लिया है। जिस वेले ये रोज़ आके इस तरह गुरु चरणों च बैठना, तो एक हफ्ता लगातार सतगुरु गुरु नानक देव महाराज जी की संगत माणी। अज सतगुरु गुरु नानक देव सच्चे पातशाह महाराज जी के चरणों के विच सारी संगत तुर गई। ये बच्चा जिसनों कई दिन हो गए सी गुरु साहब के चरणों च आउंदिआं, ते गुरु नानक साहब ने भाई मरदाना जी नूं कहा, कहण लगे भाई मरदाना जी इस बालक नूं साडे कोल लैके आओ। भाई मरदाना जी उस बच्चे के कोल गए जिहदे नेत्र बंद सन,
ਜਿਹੜਾ ਕਿਸੇ ਰੰਗ ਵਿੱਚ ਰੰਗਿਆ ਹੋਇਆ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਲੈ ਆਂਦਾ ਭਾਈ ਮਰਦਾਨਾ ਜੀ ਨੇ, ਲਿਆ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੇਰੇ ਸਾਹਿਬ ਨੇ ਆਪਣੀ ਗੋਦ ਵਿੱਚ ਲੈ ਲਿਆ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਬੱਚੇ ਵੱਲੇ ਤੱਕਦੇ ਨੇ ਤੇ ਪੁੱਛਦੇ ਨੇ, ਬੇਟਾ 1 ਹਫ਼ਤਾ ਹੋ ਗਿਆ, ਅਸੀਂ ਦੇਖਦੇ ਹਾਂ ਸੰਗਤ ਵਿੱਚ ਤੂੰ ਆਉਂਦਾ ਹੈ, ਸੰਗਤ ਵੀ ਆਨੰਦ ਮਾਣਦੀ ਹੈ, ਬਾਣੀ ਦਾ ਤੂੰ ਵੀ ਮਾਣਦਾ ਹੈ, ਸੰਗਤ ਵੀ ਤੁਰ ਜਾਂਦੀ ਹੈ, ਪਰ ਤੇਰਾ ਪਰਿਵਾਰ ਵੀ ਤੁਰ ਜਾਂਦਾ ਹੈ, ਪਰ ਤੂੰ ਬੜੇ ਕਿਸੇ ਆਨੰਦ ਵਿੱਚ ਬੈਠਾ ਰਹਿਣਾ ਬੇਟਾ। ਇਹ ਛੋਟੀ ਜਿਹੀ ਉਮਰ ਦੇ ਵਿੱਚ ਹੀ ਤੈਨੂੰ ਇਹ ਲਗਨ ਕਿਵੇਂ ਲੱਗ ਗਈ? ਤੇ ਉਸ ਬਾਲਕ ਨੇ, ਉਸ ਬੱਚੇ ਨੇ ਕਿਹਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ, ਉਹਦਾ ਨਾਂ ਹੈ ਭਾਈ ਤਾਰੂ ਪੋਪਟ। ਇੱਕ ਤਾਂ ਭਾਈ ਤਾਰੂ ਸਿੰਘ ਹੋਏ ਨੇ ਨਾ, ਪਰ ਇਹਦਾ ਨਾਂ ਹੈ ਤਾਰੂ ਪੋਪਟ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨੇ ਆਪਣਾ ਨਾਂ ਦੱਸਿਆ ਕਿ ਮੇਰਾ ਨਾਂ ਤਾਰੂ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਂ ਹੀ ਬੜਾ ਕਮਾਲ ਦਾ ਹੈ, ਭਈ ਤਾਰੂ ਹੈ, ਵਾਕਿਆ ਹੀ ਤੂੰ ਤਾਰੂ ਹੈ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਉਸ ਬੱਚੇ ਨੂੰ ਪੁੱਛਿਆ ਕਿ ਬੇਟਾ ਤੂੰ ਕਈ ਦਿਨ ਹੋ ਗਏ ਮੈਂ ਤੈਨੂੰ ਦੇਖਦਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਪੁੱਛਦੇ ਨੇ ਇਹ ਲਗਨ ਕਿਵੇਂ ਲੱਗੀ? ਤੂੰ ਕਿਸੇ ਰਸ ਵਿੱਚ ਬੈਠਦਾ ਹੈ, ਆਨੰਦ ਵਿੱਚ ਬੈਠਦਾ ਹੈ? ਤੇ ਉਹ ਬਾਲਕ ਬੱਚੇ ਨੇ, ਛੋਟੀ ਉਮਰ ਹੈ, ਹੱਥ ਜੋੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਮੈਨੂੰ ਇਹ ਲਗਨ ਕਿਵੇਂ ਲੱਗੀ? ਇੱਕ ਦਿਨ ਮੇਰੀ ਮਾਂ ਨੇ ਮੈਨੂੰ ਅੱਗ ਬਾਲਣ ਵਾਸਤੇ ਕਿਹਾ ਸੀ। ਮੇਰੀ ਮਾਂ ਕਹਿੰਦੀ ਤਾਰੂ ਅੱਗ ਬਾਲ। ਮੈਂ ਅੱਗ ਬਾਲਣ ਲੱਗਿਆ ਤੇ ਸਤਿਗੁਰੂ ਮੈਂ ਲੱਕੜਾਂ ਇਕੱਠੀਆਂ ਕੀਤੀਆਂ, ਵੱਡੀਆਂ ਸਨ ਲੱਕੜਾਂ, ਮੈਂ ਸਾਰੀਆਂ ਇਕੱਠੀਆਂ ਕਰਕੇ ਚੁੱਲ੍ਹੇ ਦੇ ਵਿੱਚ ਲਾਈਆਂ। ਮੈਂ ਬੜਾ ਜ਼ੋਰ ਲਾਇਆ ਅੱਗ ਬਾਲਣ ਦੇ ਨਾਲ, ਪਰ ਅੱਗ ਨਾ ਬਲੀ। ਬੜੇ ਯਤਨ ਕੀਤੇ, ਅੱਗ ਨਹੀਂ ਸੀ ਬਲੀ। ਮਾਂ ਉੱਠ ਕੇ ਕੋਲ ਆ ਗਈ ਤੇ ਮਾਂ ਨੇ ਮੇਰੇ ਕੋਲ ਆ ਕੇ ਕਿਹਾ, ਤਾਰੂ ਪੁੱਤ ਇਸ ਤਰ੍ਹਾਂ ਅੱਗ ਨਹੀਂ ਬਲ ਸਕਦੀ। ਤੇ ਮੈਂ ਪੁੱਛਿਆ ਆਪਣੀ ਮਾਂ ਨੂੰ, ਮਾਂ ਫਿਰ ਅੱਗ ਕਿਵੇਂ ਬਲਦੀ ਹੈ? ਮੇਰੀ ਮਾਂ ਨੇ ਨਿੱਕੇ ਨਿੱਕੇ ਕੱਖ ਇਕੱਠੇ ਕੀਤੇ, ਮੇਰੀ ਮਾਂ ਨੇ ਨਿੱਕੀਆਂ ਨਿੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ, ਛੋਟੇ ਛੋਟੇ ਕੱਖ ਇਕੱਠੇ ਕਰਕੇ, ਛੋਟੀਆਂ ਛੋਟੀਆਂ ਲੱਕੜਾਂ ਇਕੱਠੀਆਂ ਕਰਕੇ। ਤੇ ਜਦੋਂ ਮਾਂ ਨੇ ਕਿਹਾ, ਕਹਿਣ ਲੱਗੀ ਪੁੱਤ ਹੁਣ ਦੇਖੀ ਅੱਗ ਲੱਗਦੀ। ਜਦੋਂ ਉਸ ਮਾਂ ਨੇ ਛੋਟੀਆਂ ਲੱਕੜਾਂ ਤੇ ਨਿੱਕੇ ਨਿੱਕੇ ਕੱਖ ਇਕੱਠੇ ਕੀਤੇ ਸਨ, ਉਹਨਾਂ ਨੂੰ ਅੱਗ ਲਾਈ ਤੇ ਸਭ ਤੋਂ ਪਹਿਲਾਂ ਛੋਟੀਆਂ ਨਿੱਕੀਆਂ ਲੱਕੜਾਂ ਨੂੰ ਅੱਗ ਲੱਗੀ, ਉਸ ਤੋਂ ਬਾਅਦ ਵੱਡੀਆਂ ਨੂੰ ਲੱਗ ਗਈ। ਤੇ ਉਹ ਬੱਚਾ ਕੀ ਕਹਿੰਦਾ ਹੈ? ਉਹ ਕਹਿੰਦਾ ਸਤਿਗੁਰੂ ਬਸ ਇੱਕਦਮ ਮਨ ਵਿੱਚ ਪਤਾ ਨਹੀਂ ਕੀ ਬਣਿਆ ਕਿ ਇੱਕਦਮ ਮਨ ਵਿੱਚੋਂ ਖਿਆਲ ਪੈਦਾ ਹੋ ਗਿਆ। ਇੱਕਦਮ ਮਨ ਵਿੱਚੋਂ ਫੁਰਨੇ ਉੱਠਣ ਲੱਗ ਪਏ ਕਿ ਜਿਸ ਤਰ੍ਹਾਂ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗਦੀ ਹੈ, ਨਿੱਕੇ ਨਿੱਕੇ ਕੱਖਾਂ ਕਾਣਾਂ ਨੂੰ ਅੱਗ ਪਹਿਲਾਂ ਲੱਗਦੀ, ਵੱਡੀਆਂ ਨੂੰ ਬਾਅਦ ਵਿੱਚ। ਇੱਕਦਮ ਮਨ ਵਿੱਚੋਂ ਜਿਹੜਾ ਸੀ ਇਸ ਤਰ੍ਹਾਂ ਦਾ ਵਿਚਾਰ ਪੈਦਾ ਹੋ ਗਿਆ ਕਿ ਇਹ ਵੀ ਜਿਹੜੀ ਇੱਕ ਜਮਾਂ ਦੀ ਵੀ ਅੱਗ ਹੈ, ਮੌਤ ਵੀ ਇੱਕ ਅੱਗ ਹੈ। ਤੇ ਕੀ ਪਤਾ ਮੌਤ ਰੂਪੀ ਅੱਗ ਪਹਿਲਾਂ ਆ ਕੇ ਛੋਟੀ ਲੱਕੜ ਮੈਨੂੰ ਹੀ ਨਾ ਆ ਕੇ ਲੱਗ ਜਾਂਦੀ ਹੋਵੇ। ਇਸ ਕਰਕੇ ਮੈਂ ਸੋਚਿਆ ਕਿ ਉਸ ਅੱਗ ਤੋਂ ਬਚਣ ਲਈ ਮੈਂ ਤੁਹਾਡੇ ਚਰਨਾਂ ਵਿੱਚ ਆਉਂਦਾ ਹਾਂ। ਇਸ ਕਰਕੇ ਆਉਂਦਾ ਹਾਂ ਕਿ ਉਸ ਅੱਗ ਤੋਂ ਪਹਿਲਾਂ ਮੈਂ ਉਸ ਚੀਜ਼ ਨੂੰ ਪ੍ਰਾਪਤ ਕਰ ਲਵਾਂ ਜਿਹਦੇ ਵਾਸਤੇ ਮਾਲਕ ਨੇ ਭੇਜਿਆ। ਗੁਰੂ ਨਾਨਕ ਸਾਹਿਬ ਨੂੰ ਤੁਸੀਂ ਅੰਦਾਜ਼ਾ ਲਾਓ ਕਿੰਨੀ ਖੁਸ਼ੀ ਹੋਈ ਹੋਵੇਗੀ ਬੱਚੇ ਦੀਆਂ ਛੋਟੀਆਂ ਛੋਟੀਆਂ ਗੱਲਾਂ ਸੁਣ ਕੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਿਤਨੇ ਪ੍ਰਸੰਨ ਹੋ ਗਏ। ਮੇਰੇ ਸਾਹਿਬ ਨੇ ਕਿਹਾ ਸੱਚਮੁੱਚ ਹੀ ਜਗਿਆਸਾ ਅੰਦਰੋਂ ਪੂਰੀ ਦੀ ਪੂਰੀ ਤਿਆਰ ਹੋਈ। ਬਿਲਕੁਲ ਤਾਰੂ ਜਿਹੜਾ ਹੈ ਇਹ ਅੰਦਰੋਂ ਭਾਈ ਤਿਆਰ ਹੋਇਆ। ਬਸ ਹੁਣ ਤਾਂ ਇਹਨੂੰ ਉਹ ਅੰਮ੍ਰਿਤ ਦੀ ਦਾਤ ਦੇਣ ਦੀ ਲੋੜ ਹੈ, ਭਾਵ ਕਿ ਕਿਰਪਾ ਦ੍ਰਿਸ਼ਟੀ ਦੀ ਲੋੜ ਹੀ ਹੈ। ਬਾਕੀ ਤਾਂ ਮਾਲਕ ਨੇ ਕਿਰਪਾ ਕੀਤੀ। ਸਭ ਅੰਦਰ ਜਿਹੜਾ ਪ੍ਰਭੂ ਪਰਮਾਤਮਾ ਨਾਲ ਮਿਲਾਪ ਦੇ ਸਾਰੇ ਜਿਹੜੇ ਗੁਣ ਨੇ ਉਹ ਤਾਂ ਪੈਦਾ ਕਰ ਚੁੱਕੇ ਆ ਤਾਰੂ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਲਿਆ। ਮੇਰੇ ਮਾਲਕ ਨੇ ਸਿਰ ਦੇ ਉੱਤੇ ਹੱਥ ਰੱਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨਾਮਤ ਦੇ ਕੇ ਤਾਰੂ ਨੂੰ ਆਪਣਾ ਸਿੱਖ ਬਣਾਇਆ ਤੇ ਨਾਮ ਦੀ ਦਾਤ ਦਿੱਤੀ। ਇਹ ਜਿਹੜਾ ਤਾਰੂ ਹੈ, ਕੁਝ ਵਿਦਵਾਨ ਕਹਿੰਦੇ ਵੀ ਇਹ ਸ਼ਹੀਦ ਵੀ ਹੋਇਆ ਹੈ। ਕੁਝ ਵਿਦਵਾਨਾਂ ਦੇ ਖਿਆਲ ਨੇ ਕਦੋਂ ਹੋਇਆ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਤਾਰੂ, ਉਹਨੇ ਪੁੱਛਿਆ ਸਤਿਗੁਰੂ ਕੋਈ ਸਿੱਖਿਆ, ਕੋਈ ਬਚਨ ਕਮਾ ਸਕਾਂ ਮੈਂ ਤੁਹਾਡਾ? ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਤਾਰੂ, ਜਿੱਥੇ ਆਪਣਾ ਕੰਮਕਾਰ ਕਾਰੋਬਾਰ ਕਰਨਾ ਹੈ ਉੱਥੇ ਮਨੁੱਖਤਾ ਦੇ ਭਲੇ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਮਨੁੱਖਤਾ ਦੇ ਭਲੇ ਵਾਸਤੇ ਜੇ ਜਾਨ ਵੀ ਚਲੀ ਜਾਏ ਤਾਰੂ ਤਾਂ ਵੀ ਥਾਂ ਪੈ ਜਾਂਦੀ ਹੈ। ਤੇ ਕਹਿੰਦੇ ਜਦੋਂ ਬਾਬਰ ਨੇ ਹਮਲਾ ਕੀਤਾ ਐਮਨਾਬਾਦ, ਤੇ ਉਸ ਵੇਲੇ ਕਹਿੰਦੇ ਨੇ ਇਹ ਜਿਹੜਾ ਤਾਰੂ ਹੈ ਕਹਿੰਦੇ ਐਮਨਾਬਾਦ ਪਹੁੰਚਿਆ। ਜਦੋਂ ਬਾਬਰ ਨੇ ਹਮਲਾ ਕੀਤਾ ਹੈ ਉਸ ਵੇਲੇ ਘਰਾਂ ਦੇ ਘਰ ਜਿਹੜੇ ਸਨ ਉਜਾੜ ਦਿੱਤੇ ਗਏ, ਘਰਾਂ ਨੂੰ ਅੱਗ ਲਾ ਦਿੱਤੀ ਗਈ, ਬੁਰਾ ਹਾਲ ਕੀਤਾ ਉੱਥੇ ਲੋਕਾਂ ਦਾ। ਉਹ ਇੱਕ ਬਾਬਰ ਬਾਣੀ ਦੇ ਵੱਖਰੇ ਸ਼ਬਦ ਨੇ ਜਿਨ੍ਹਾਂ ਵਿੱਚ ਸਾਰਾ ਉਹ ਜ਼ਿਕਰ ਕੀਤਾ ਹੋਇਆ ਕਿ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਪੈਦਾ ਹੋ ਗਏ ਸਨ। ਕਹਿੰਦੇ ਨੇ ਇਸ ਤਾਰੂ ਨੇ ਕੀ ਕੀਤਾ, ਕਹਿਣ ਲੱਗਾ ਮੈਂ ਹੋਰ ਤਾਂ ਜੇ ਕੁਝ ਨਹੀਂ ਕਰ ਸਕਦਾ,
ये मशक लिया के पानी की मशक लिया लिया के जे कोई तड़फदा पिया सी उहदे मूँह विच पाउंदा है, जिथे अग लगी अग बुझाउंदा है। तो जदों ये गल बाबर के सिपाहियों नूं पता चली, उन्होंने पता लग्या कि एक आदमी है जिहड़ा उम्र भावें दी बहुती ज़्यादा नहीं सी, 12-13 साल ही विद्वान कहिंदे है। वो कहंदे जिस वेले किसी ने दस्या भी एक बच्चा है जिहड़ा पानी दीयां मशकां भर भर के लियाउंदा है, कुछ लोकां नूं पियाउंदा ते कुछ अग बुझाउंदा है। कहंदे बाबर दे सिपाहियां ने फड़ के इस नूं जिहड़ा सी अग दे विच सुੱਟ दिता। ये कुछ विद्वानां दा इस गल दा मनना है कि यह भी कह लो कि शहीद होया है, जिसने मनुखता का भला करदिआं दूजिआं दा भला करदिआं होइआं उहदी जान चली गई। खैर सतगुरु गुरु नानक देव महाराज जी ने कृपा करती। बेनती जिहड़ी मैं करन जा रहा सी, गुरमुख जो शब्द तुहाडे नाल साझा कर रहा है, सतगुरु गुरु अर्जन देव महाराज जी कहते हैं कोई ना कोई विध जरूर बन जाती है जदों मनुख के अंदर इस तरह की भावना प्रगट होंदी है। जदों भाई लहणा जी के अंदर जगियासा पैदा हुई तो बहाना बन गया भाई जोध, उन्हें बाणी के शब्द पढ़े तो भाई लहणा जी के हिरदे नूं चोट कर गए, कर गए उहदे हिरदे नूं। ਉਹਦੇ ਅੰਦਰ ਐਂ कह लो कि जिवें तीर वांग गुरु महाराज जी के शब्द वजे तो इवें लगा जिवें मैनूं कोई जिंदगी का रस आउण लग पिया, जिहदे वास्ते दौड़िया भज्जा फिरदा जिवें उहदे मिलाप वास्ते कोई विध बन गई। तो भाई जोध जी ने गुरु नानक देव महाराज जी की जानकारी सारी दित्ती सी भाई लहणा जी नूं, जिन्हां ने गुरु नानक देव महाराज जी के चरणों में पहुँचे। खैर आओ सतगुरु गुरु अर्जन देव महाराज जी कह रहे ने कि भाई जदों मनुख ये अंदर फुरना बना के तुरदा है तो धन श्री गुरु अर्जन देव महाराज जी कहते हैं उस वेले मालिक की कृपा होंदी है। शब्द की पहली पंक्ति में मेरे साहब कृपा कर रहे हैं, शब्द की शुरुआत इत्थों होंदी है। सोरठ महला पंजवां घर दूजा, दूजे घर में गाउण की हदायत है। चौपद का मतलब 4 बंद ने इस शब्द के। एक ओंकार सतगुर प्रसाद, परमात्मा एक है तो सतगुरु की कृपा के नाल उहदी समझ आउंदी है। सब कृपा कर दे एक पिता एक सके हम बारक तू मेरा गुर हाई। वो जग्यासू कहंदा साडा पिता एक है परमात्मा अकाल पुरख वाहिगुरू ते तू मेरा वड्डा वीर है, तू मेरा वड्डा भरा है। सुन मीता जियो हमारा बल बल जासी हर दर्शन देहो दिखाई। ऐ मेरे वीर ऐ मेरे मित्र भरा मेरी जिंद तेरे तो सदके जाती है। बाणी दे विच भरा ते वीर शब्द बड़े आए ने। सतगुरु महाराज जी ने शब्द वरतिया मेरे हर प्रीतम की कोई बात सुनावे। भाई मेरे मालिक की कोई मैनू गल सुनावे, मेरे मालिक की कोई मैनू वडियाई सुनावे। तो सतगुरु गुरु ग्रंथ साहब जी के बचन ने मेरे हर प्रीतम की कोई बात सुनावे सो भाई सो मेरा वीर। कह लगे वो मेरा भरा है, वो मेरा वीर है जिहड़ा मैनू उस मालिक के घर दीयां वडियाइयां उहदी मालिक के घर दी मैनू सिफत सलाह सुनाउंदा है, वो मेरा भरा है मेरा वीर है। तो सतगुरु गुरु अर्जन देव महाराज जी कहते जग्यासू कह रहा है कि सुन मीता जियो हमारा बल बल जासी। ऐ मेरे वीर मेरी जिंद तेरे तो कुर्बान जावे, मेरी जिंद तेरे तो सदके जाती हर दर्शन देहो दिखाई। मैं तेरे को इस करके आया मैनू मालिक दे दीदार करा दे, मैनू मालिक दे दर्शन करा दे। एक शब्द होर है गुरु अर्जन देव महाराज जी का जिहदे विच श्री गुरु अर्जन देव महाराज जी ने उत्ते सरलेख वरतिया गुणवंती। गुणवंती तो भाव है गुणां नाल भरपूर। गुरु अर्जन देव महाराज जी उस शब्द विच भी कोई इस तरह के भाव प्रगट करते हैं कि जो दिशा गुर सिखड़ा तिस निम निम लागू पाए जियो आखां बिरथा जी की गुर सज्जन दे मिलाए जियो। ये मन तय तू डेवसा सतगुरु महाराज कहते उत्थे भी यही जिग्यासा प्रगट की है। ये मन तय तू डेवसा मुझे मैं मार्ग देव बताए जियो सोई 10 उपदेशड़ा मेरा मन अनंत न काहू जाए जी। वो उपदेश 10 मेरे वीर कि मेरा मन टिक जाए, मेरा मन भटके ना, मेरा मन इधर उधर ना दौड़े। वो मैनू दस कि की करना पेगा। हाँ आया दूरों चल के वो भी जिग्यासा ही प्रगट की है। एक कह रहा दूजे ने उत्तर देना है। हाँ आया दूरों चल के मैं तकी तो शरनाए जियो। वीर मैं बड़ी दूरों चल के आया हाँ। दूरों का मतलब कोई बाहरी दूरी नहीं। ऐ वीर जन्मां जन्मांतरां दा विछड़िया पिया मालिक तो बड़े जूना का चक्कर कट के मैं आया हाँ तो बड़ी लम्मा सफ़र किया वीर तो हुण मैं तेरे को आया हाँ। हम आया दूरों चल के मैं तकी तो शरनाए जियो मैं आशा रखी चित मैं मेरा सबो दुख गवाए जियो। वीर सारे दुख ही चले जान मेरे मैनू वो उपदेश दे। तो अगों जवाब की मिलता है। ये जिग्यासू ने पहला अपने भाव प्रगट किए
ਤੇ ਮਿਲੇ ਹੋਏ ਨੇ। ਅੱਗੋਂ ਜਵਾਬ ਕੀ ਦਿੱਤਾ? ਉਹ ਕਹਿਣ ਲੱਗਾ, ਮੇਰੇ ਵੀਰ ਜੇ ਤੂੰ ਮਾਲਕ ਨੂੰ ਮਿਲਣਾ ਚਾਹੁੰਦਾ ਨਾ ਤੇ ਫਿਰ ਮੈਂ ਤੈਨੂੰ ਆਪਣੇ ਕੋਲ ਤਾਂ ਕੁਝ ਨਹੀਂ ਕਹਿਣਾ, ਜੋ ਮਾਲਕ ਤੋਂ ਮੈਂ ਸਿੱਖਿਆ ਮੈਂ ਤੈਨੂੰ ਉਹੀ ਦੱਸਣਾ ਚਾਹੁੰਦਾ ਹਾਂ। ਇਤ ਮਾਰਗ ਚੱਲੇ ਭਾਈ ਅੜੇ। ਭਾਈ ਅੜੇ ਦਾ ਮਤਲਬ ਵੀ ਭਰਾ ਹੀ ਹੈ। ਮੇਰੇ ਵੀਰ, ਮੇਰੇ ਭਰਾ, ਜੇ ਤੂੰ ਇਸ ਮਾਰਗ ਦੇ ਉੱਤੇ ਚੱਲਣਾ ਚਾਹੁੰਦਾ, ਜਿਸ ਮਾਰਗ ਬਾਰੇ ਮੈਨੂੰ ਪੁੱਛਦਾ ਹੈ ਨਾ ਤੂੰ, ਤੇ ਮੈਂ ਤੈਨੂੰ ਉਸ ਮਾਰਗ ਦੀ ਜਿੰਨੀ ਕੁ ਜਾਣਕਾਰੀ ਮਾਲਕ ਨੇ ਦਿੱਤੀ ਮੈਂ ਤੈਨੂੰ ਦੱਸਣ ਲੱਗਾ। ਉਹ ਅੱਗੋਂ ਮਿਲਿਆ ਹੋਇਆ ਕਹਿੰਦਾ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ। ਜੀਓ ਵੀਰ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜੋ ਗੁਰੂ ਨੇ ਕਹਿਣਾ ਵੀਰ ਤੈਨੂੰ ਉਹ ਮੰਨਣਾ ਪੈਣਾ ਹੈ, ਉਹ ਪ੍ਰਵਾਨ ਕਰ ਲਵੇਂ। ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ। ਜੀਓ ਅਗਲੀ ਗੱਲ ਵੀਰ ਇੱਕ ਹੋਰ ਸੁਣ ਲੈ ਕਿ ਤਿਆਗੈ ਮਨ ਕੀ ਮਤੜੀ। ਮਨ ਦੀ ਮਤ ਵੀਰ ਤੈਨੂੰ ਤਾਂ ਤਿਆਗਣੀ ਪੈਣੀ, ਉਹ ਛੱਡਣੀ ਪੈਣੀ ਹੈ। ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਵ। ਜੀਓ ਦੂਜਾ ਭਾਵ ਦਾ ਮਤਲਬ ਅੱਜ ਤੋਂ ਬਾਅਦ ਫਿਰ ਹੋਰ ਕਿਤੇ ਤੈਨੂੰ ਜਾਣ ਦੀ ਲੋੜ ਨਹੀਂ ਪੈਣੀ। ਹੁਣ ਮੈਂ ਤੈਨੂੰ ਆਪਣੇ ਮਾਲਕ ਗੁਰੂ ਦੇ ਜੋ ਵਡਿਆਈਆਂ ਨੇ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ ਵੀਰ, ਤੇ ਇਸ ਤੋਂ ਬਾਅਦ ਤੂੰ ਫਿਰ ਤੁਰ ਪਵੀਂ। ਇਹ ਨਹੀਂ ਕਿ ਮੇਰੇ ਤੋਂ ਵੀ ਪੁੱਛ ਲਿਆ ਤੇ ਮੁੜ ਕੇ ਹੋਰ ਵੀ ਕਿਤੇ ਭੱਜਾ ਦੌੜਾ ਫਿਰੇ। ਕਹਿਣ ਲੱਗਾ, ਇੱਕ ਕੰਮ ਕਰੀ, ਜੋ ਗੁਰੂ ਨੇ ਕਹਿਤਾ ਉਹਨੂੰ ਸੱਤ ਕਰਕੇ ਮੰਨਣਾ ਸ਼ੁਰੂ ਕਰ ਦੇਵੀਂ। ਜੇ ਗੁਰੂ ਨੇ ਕਹਿਤਾ ਕੇਸ ਰੱਖੇ ਤੇ ਚੁੱਪ ਕਰਕੇ ਰੱਖ ਲਵੀਂ, ਅੱਗੋਂ ਕੋਈ ਹੁਜਤਾ ਨਾ ਕਰੀ। ਜੇ ਗੁਰੂ ਨੇ ਕਹਿਣਾ ਅੰਮ੍ਰਿਤ ਛਕ ਲਈ ਤੇ ਚੁੱਪ ਕਰਕੇ ਵੀਰ ਛਕ ਲੈਵੀਂ। ਜੇ ਗੁਰੂ ਨੇ ਕਹਿਣਾ ਸੇਵਾ ਕਰੀ ਤੇ ਵੀਰ ਚੁੱਪ ਕਰਕੇ ਕਰੀ। ਜੇ ਵੀਰ ਗੁਰੂ ਕਹਿੰਦਾ ਦਸਾਂ ਨੌਂ ਦੀ ਕਿਰਤ ਕਰ ਤੇ ਉਹੀ ਕਰੀ। ਜੋ ਗੁਰੂ ਨੇ ਕਹਿਣਾ ਵੀਰ ਤੂੰ ਉਹ ਕੰਮ ਕਰੀ ਚੱਲੀ, ਤੇ ਮੈਂ ਤੈਨੂੰ ਦਾਅਵੇ ਨਾਲ ਕਹਿਣਾ ਜੋ ਗੁਰੂ ਨੇ ਕਹਿਣਾ ਤੂੰ ਕਰੀ ਚੱਲੀ ਤੇ ਮਾਲਕ ਦੇ ਦਰ ਤੱਕ ਤੂੰ ਪਹੁੰਚ ਜਾਵੇਂਗਾ। ਮੈਂ ਦਾਅਵੇ ਨਾਲ ਤਾਂ ਕਹਿਣਾ ਕਿਉਂਕਿ ਮੇਰੇ ਮਾਲਕ ਨੇ ਮੈਨੂੰ ਇਹ ਸਿਖਾ ਦਿੱਤਾ ਹੈ, ਉਹਦੇ ਸਿੱਖੇ ਕਰਕੇ ਤੈਨੂੰ ਮੈਂ ਕਹਿ ਰਿਹਾ। ਉਹਦੇ ਵਿੱਚ ਵੀ ਸ਼ਬਦ ਇਹੀ ਨੇ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ। ਜੀਓ ਤਿਆਗੈ ਮਨ ਕੀ ਮਤੜੀ ਵਿਸਾਰਿਆ ਦੂਜਾ ਭਾਉ। ਜੀਓ ਇਉਂ ਪਾਵੈ ਹਰਿ ਦਰ ਸਾਵੜਾ। ਹਰ ਦਰ ਸਾਵੜ ਦਾ ਮਤਲਬ ਹਰੀ ਦਾ ਦਰ। ਜਿਹੜਾ ਤੂੰ ਵੀਰ ਮੈਨੂੰ ਪੁੱਛਿਆ ਨਾ, ਇਉਂ ਪਾਵੇਂਗਾ। ਇਉਂ ਪਾਵੈ ਹਰਿ ਦਰ ਸਾਵੜਾ ਨੇ ਲੱਗੇ ਤੱਤੀ ਵਾਉ। ਜੀਓ ਤੇ ਉਹ ਕਹਿੰਦਾ ਤੂੰ ਇਹਨੇ ਦਾਅਵੇ ਨਾਲ ਕਿਵੇਂ ਕਹਿ ਸਕਦਾ? ਉਹ ਕਹਿੰਦਾ ਦਾਅਵਾ ਮੈਂ ਤਾਂ ਕਰਦਾ ਕਿਉਂਕਿ ਹਉ ਆਪੋਂ ਬੋਲ ਨਾ ਜਾਣਦਾ। ਇਹ ਵੀਰ ਮੇਰੇ ਬੋਲ ਨਹੀਂ ਹਨ, ਇਹ ਬੋਲ ਮੇਰੇ ਮਾਲਕ ਦੇ ਹਨ, ਮੇਰੇ ਆਪਣੇ ਨਹੀਂ। ਉਹਨੇ ਕਿਹਾ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ। ਜੀਓ ਜੋ ਮੇਰੇ ਮਾਲਕ ਦਾ ਹੁਕਮ ਸੀ ਮੈਂ ਤੈਨੂੰ ਉਹ ਦੱਸਿਆ ਹੈ, ਇਹਦੇ ਵਿੱਚ ਮੈਂ ਆਪਣੀ ਗੱਲ ਕੋਈ ਨਹੀਂ ਦੱਸ ਰਿਹਾ। ਇਉਂ ਪਾਵੇਂ ਹਰ ਦਰ ਸਾਵੜਾ ਨੇ ਲੱਗੇ ਤੱਤੀ ਵਾਓ। ਜੀਓ ਤੇ ਕਹਿਣ ਲੱਗਾ, ਮੇਰੇ ਵੀਰ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ। ਜੀਓ ਮੈਂ ਤੈਨੂੰ ਜੋ ਗੁਰੂ ਨੇ ਕਿਹਾ ਉਹ ਕਹਿ ਰਿਹਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸ਼ਬਦ ਵਿੱਚ ਕਹਿ ਰਹੇ ਨੇ। ਉਹਨੇ ਕਿਹਾ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਓ ਦਿਖਾਈ। ਮੇਰੇ ਵੀਰ ਮੈਨੂੰ ਦੱਸ। ਤੇ ਅਗਲਾ ਇੱਕ ਹੋਰ ਉਹ ਸਵਾਲ ਕਰਦਾ ਜਗਿਆਸੂ। ਉਹ ਕਹਿੰਦਾ ਹੈ, ਪਾਮ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈ ਕੂ ਦੇਸਾਂ। ਐ ਵੀਰ ਮੈਂ ਤੇਰੇ ਪੈਰ ਧੋਵਾਂ, ਮਲ ਮਲ ਕੇ ਧੋਵਾਂ ਮੈਂ ਤੇਰੇ ਪੈਰਾਂ ਨੂੰ, ਇਹ ਮਨ ਤੈਨੂੰ ਦੇ ਦਿਆਂ। ਦੇ ਦਿਆਂ ਦਾ ਮਤਲਬ ਹੈ ਕਿ ਮਨ ਜਿਸ ਤਰ੍ਹਾਂ ਤੂੰ ਮੈਨੂੰ ਕਹੇਂਗਾ ਉਹਦੇ ਮੁਤਾਬਕ ਮੈਂ ਚਲਾਵਾਂ। ਇੱਥੇ ਅਰਥ ਇਹ ਨੇ, ਇਹ ਨਹੀਂ ਕਿ ਉਹਨੇ ਮਨ ਸਿੱਖ ਨੂੰ ਦੇਣਾ। ਉਹ ਕਹਿੰਦਾ ਮੈਂ ਮਨ ਜਿਸ ਤਰ੍ਹਾਂ ਤੂੰ ਕਵੇਂ ਉੱਦਾਂ ਚਲਾਉਣ ਦੀ ਕੋਸ਼ਿਸ਼ ਕਰਾਂਗਾ, ਚਲਾਵਾਂਗਾ ਉੱਦਾਂ, ਮੈਨੂੰ ਦੱਸ ਤੇ ਦੇ ਇੱਕ ਵਾਰ। ਇਹ ਮਨ ਤੈ ਕੂ ਦੇਵ ਸਾਂ ਮੈਂ ਮਾਰਗ ਦਿਓ ਬਤਾਏ। ਜੀ ਤੇ ਉਸ ਸ਼ਬਦ ਵਿੱਚ ਕਹਿ ਰਹੇ ਨੇ, ਕਹਿੰਦਾ ਹੈ ਪਾਮ ਮਲੋਵਾਂ ਮਲ ਮਲ ਧੋਵਾਂ ਇਹ ਮਨ ਤੈ ਕੂ ਦੇਸਾਂ। ਹਉ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋਂ ਦਿਓ ਉਪਦੇਸਾਂ। ਐ ਮਿੱਤਰ ਮੈਂ ਤੇਰੀ ਸ਼ਰਨ ਵਿੱਚ ਆਇਆ, ਦੱਸ ਮੈਨੂੰ ਉਪਦੇਸ਼ ਤੇ ਮੈਂ ਮਿਲ ਸਕਾਂ। ਇੱਥੋਂ ਤੱਕ ਹੈ ਸਵਾਲ, ਇੱਥੋਂ ਤੱਕ ਹੈ ਜਗਿਆਸੂ ਦੀ ਜਗਿਆਸਾ। ਹੁਣ ਅੱਗੋਂ ਜਿਹੜਾ ਉੱਤਰ ਦੇ ਰਿਹਾ ਹੈ, ਜਵਾਬ ਦੇ ਰਿਹਾ, ਉਹ ਜਵਾਬ ਸੁਣਨੇ ਕਿ ਉਹ ਜਿਹੜਾ ਸਿੱਖ ਹੈ ਅੱਗੋਂ ਕੀ ਕਹਿ ਰਿਹਾ ਉਹਨੂੰ। ਉਹਨੇ ਪਹਿਲਾਂ ਸਵਾਲ ਕੀਤੇ ਨੇ ਵੀ ਮੈਨੂੰ ਦੱਸ, ਤੂੰ ਮੇਰਾ ਭਰਾ ਹੈ, ਮਨ ਵੀ ਦੇ ਦਿਆਂ, ਤਨ ਵੀ ਦੇ ਦਿਆਂ, ਸਾਰਾ ਕੁਝ ਅਰਪਣ ਕਰ ਦਿਆਂ, ਤੇਰੀ ਚਰਨ ਧੂੜੀ ਵੀ ਲੋਚਦਾ। ਸਾਰੀਆਂ ਗੱਲਾਂ ਕਹਿ ਦਿੱਤੀਆਂ ਉਸਨੇ, ਪਰ ਇਸ ਵਾਸਤੇ ਕਹੀਆਂ ਕਿ ਮੈਨੂੰ ਉਸ ਮਾਲਕ ਦੇ ਦਰ ਘਰ ਦੀ ਕੋਈ ਸੂਝ ਬੂਝ ਦੇ ਦੇ। ਹੁਣ ਅੱਗੋਂ ਪੁੱਤਰ ਕੀ ਮਿਲਦਾ ਪਿਆ? ਸਭ ਤੋਂ ਪਹਿਲੀ ਗੱਲ ਜਿਹੜੀ ਉਸ ਵੀਰ ਨੇ ਕਹੀ, ਜਿਹੜਾ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹਨੇ ਇਹ ਕਿਹਾ ਕਿ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ। ਸਭ ਤੋਂ ਪਹਿਲਾ ਬਚਨ ਜਿਹੜਾ ਉਹਨੇ ਕਿਹਾ, ਕਹਿੰਦਾ ਵੀਰ ਪਹਿਲੀ ਗੱਲ ਤੇ ਵੀ ਮਾਨ ਨਹੀਂ ਕਰਨਾ, ਕਿਸੇ ਗੱਲ ਦਾ ਕੋਈ ਹੰਕਾਰ ਨਹੀਂ ਕਰਨਾ। ਆਪਣੇ ਅੰਦਰੋਂ ਮਾਨ ਹਉਮੈ ਹੰਕਾਰ ਇਹਨੂੰ ਬਿਲਕੁਲ ਤਿਆਗ ਦੇਣਾ ਹੈ। ਹਉਮੈ ਹੰਕਾਰ ਇਹ ਮੇਰੇ ਮਾਲਕ ਦੇ ਦਰ ਉੱਤੇ ਨਹੀਂ ਪਾਉਂਦੀ, ਇਹਨੂੰ ਤਿਆਗਣਾ ਹੈ। ਮਾਨ ਨਾ ਕੀਜੈ। ਤੇ ਦੂਜੀ ਗੱਲ ਕੀ ਕਹੀ? ਕਹਿ ਲੱਗਾ ਦੂਜੀ ਗੱਲ ਸ਼ਰਨ ਪਰੀਜੈ। ਸ਼ਰਨ ਪਰੀਜੈ ਦਾ ਮਤਲਬ ਹੈ ਸਮਰਪਿਤ ਕਰਦੇ ਆਪਣਾ ਆਪ ਗੁਰੂ ਨੂੰ। ਮੈਂ ਸ਼ਾਇਦ ਅੱਗੇ ਵੀ ਬੇਨਤੀ ਕੀਤੀ ਹੋਵੇਗੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਇਹਦਾ ਭਾਵ ਹੈ ਆਤਮ ਸਮਰਪਿਤ ਕਰ ਦੇਣਾ। ਗੁਰੂ ਮਹਾਰਾਜ ਨੂੰ ਸਮਰਪਿਤ ਕਿ ਅਸੀਂ ਮਹਾਰਾਜ
ਜੋ ਤੁਸੀਂ ਕਹਿ ਦੇਣਾ ਸੀ ਇਸ ਸਿਰ ਮੱਥੇ ਉੱਤੇ ਸੱਤ ਕਰਕੇ ਮੰਨ ਲੈਣਾ। ਮੈਂ ਇੱਕ ਵਿਦਵਾਨ ਨੂੰ ਪੜ੍ਹਿਆ, ਉਹ ਕਹਿੰਦਾ ਕਿ ਅੰਮ੍ਰਿਤਸਰ ਦੀ ਉਹਨੇ ਗੱਲ ਸੁਣਾਈ, ਭਾਵੇਂ ਉਹਦੇ 'ਚ ਉਹਨੇ ਨਾਂ ਨਹੀਂ ਕੋਈ ਲਿਖਿਆ, ਪਰ ਉਹਦੇ 'ਚ ਉਹਨੇ ਸਿਰਫ ਇੱਕ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦਾ ਕਿ ਇੱਕ ਵਾਰ ਕੋਈ ਜਗਿਆਸੂ ਆਏ ਦਰਬਾਰ ਸਾਹਿਬ, ਉਹਨਾਂ ਮੱਥਾ ਟੇਕਿਆ ਤੇ ਪਰਿਕਰਮਾ ਦੇ ਵਿੱਚ ਕੋਈ ਰੱਬ ਦੇ ਪਿਆਰੇ ਸੇਵਾ ਕਰਵਾ ਰਹੇ ਸਨ। ਪੁਰਾਣੀ ਗੱਲ ਦੱਸੀ, ਉਹ ਕਹਿੰਦੇ ਕੋਈ ਸੇਵਾ ਕਰਵਾ ਰਹੇ ਸਨ ਦਰਬਾਰ ਸਾਹਿਬ ਦੇ ਪਰਿਕਰਮਾ ਦੀ, ਤੇ ਇੰਨੇ ਚਿਰ ਨੂੰ ਉਹ ਮੱਥਾ ਟੇਕ ਕੇ ਜਗਿਆਸੂ ਜਦੋਂ ਬਾਹਰ ਆਏ ਤੇ ਉਹਨਾਂ ਪੁੱਛਿਆ ਰੱਬ ਦੇ ਪਿਆਰਿਆਂ ਨੇ, ਕਹਿਣ ਲੱਗੇ ਵੀ ਕਿੱਥੋਂ ਆਏ ਹੋ? ਕਹਿੰਦੇ ਜੀ ਮੱਥਾ ਟੇਕ ਕੇ ਆਏ। ਤੇ ਉਹਨੇ ਅੱਗੋਂ ਜਿਹੜਾ ਉਹ ਸਤਿਪੁਰਸ਼ਾਂ ਨੇ ਜਿਹੜਾ ਬਚਨ ਅੱਗੋਂ ਕੀਤਾ, ਕਹਿਣ ਲੱਗੇ ਮੱਥਾ ਉੱਥੇ ਤਾਂ ਨਹੀਂ ਛੱਡ ਆਏ? ਇਹੀ ਸ਼ਬਦ ਵਰਤਿਆ ਵੀ ਮੱਥਾ ਉੱਥੇ ਤਾਂ ਨਹੀਂ ਛੱਡ ਆਏ। ਕਹਿੰਦੇ ਸਾਡੇ ਮਨ ਵਿੱਚ ਇਸ ਗੱਲ ਦਾ ਥੋੜ੍ਹਾ ਜਿਹਾ ਗਿਲਾ ਵੀ ਆਇਆ ਵੀ ਇਹਨਾਂ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਆਏ ਹਾਂ, ਇਹਨਾਂ ਟਿੱਚਰ ਕਰ ਦਿੱਤੀ ਹੈ ਵੀ ਮੱਥਾ ਉੱਥੇ ਤਾਂ ਨਹੀਂ ਛੱਡ ਆਏ। ਪਰ ਕਹਿਣ ਲੱਗੇ ਸਮਝ ਉਸ ਵੇਲੇ ਸਾਨੂੰ ਨਾ ਆਈ, ਨਾ ਅਸੀਂ ਕੋਈ ਬਹੁਤਾ ਸਵਾਲ ਜਵਾਬ ਨਾ ਕੀਤੇ, ਪਰ ਉਹਦੀ ਸੰਗਤ ਉਹਨਾਂ ਨੇ ਹੌਲੀ ਹੌਲੀ ਜਦੋਂ ਕਿਤੇ ਸੰਗਤ 'ਚ ਆਉਂਦੇ ਰਹੇ, ਗੁਰਬਾਣੀ ਪੜ੍ਹਦੇ ਸੁਣਦੇ ਰਹੇ, ਉਹ ਕਹਿੰਦੇ 10 ਸਾਲਾਂ ਬਾਅਦ ਉਸ ਗੱਲ ਦੀ ਸਮਝ ਆਈ ਕਿ ਉਹਨਾਂ ਨੇ ਅਸਲ ਵਿੱਚ ਕੀ ਕਿਹਾ ਸੀ। ਇਹਦਾ ਮਤਲਬ ਉਹਨਾਂ ਨੇ ਕਿਹਾ ਵੀ ਇਹ ਸੀਗਾ ਕਿ ਮੱਥਾ ਉੱਥੇ ਤਾਂ ਨਹੀਂ ਛੱਡ ਆਏ, ਭਾਵ ਕਿ ਆਪਣੀ ਅਕਲ ਜਿਹੜੀ ਹੈ, ਅਕਲ ਸਿਆਣਪ ਜਿਹੜੀ ਹੈ ਉਹ ਤਿਆਗ ਕੇ ਆਏ ਜੀ, ਕਿ ਉਹ ਵੀ ਨਾਲ ਹੀ ਲੈ ਆਏ ਜੀ। ਆਪਣੀ ਅਕਲ ਮੱਤ ਚਤਰਾਈ ਜਿਹੜੀ ਹੈ ਉਹ ਨਾਲ ਤਾਂ ਨਹੀਂ ਚੁੱਕ ਕੇ ਲੈ ਕੇ ਆਏ, ਉਹ ਦੇ ਕੇ ਆਇਓ ਗੁਰੂ ਨੂੰ, ਤੇ ਗੁਰੂ ਦੀ ਮੱਤ ਲੈ ਆਇਓ ਕਿ ਨਹੀਂ ਲੈ ਆਇਓ, ਸਿਰਫ ਰਮਜ ਸੀ ਉਹਨਾਂ ਦੀ। ਕਹਿਣ ਤੋਂ ਭਾਵ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਬਾਣੀ 'ਚ ਦਾ ਬਕਾਇਦਾ ਸ਼ਬਦ ਵੀ ਮਿਲਦਾ ਹੈ ਵੀ ਮੱਥਾ ਟੇਕਣ ਤੋਂ ਭਾਵ ਕੀ ਹੈ? ਤੁਧ ਨੂੰ ਨਿਮਣ ਮੰਨਣ ਤੇਰਾ ਨਾਮ, ਇੱਕ ਹੀ ਪੰਕਤੀ ਵਿੱਚ ਅਰਥ ਕਰ ਦਿੱਤੇ, ਤੁਧ ਨੂੰ ਨਿਮਣ ਮੰਨਣ ਤੇਰਾ ਨਾਮ। ਇਸ ਕਰਕੇ ਨਿਮਣਾ ਕੀ ਹੈ? ਨਮਸਕਾਰ ਕੀ ਹੈ? ਤੇਰੇ ਨਾਮ ਨੂੰ, ਤੇਰੇ ਹੁਕਮ ਨੂੰ ਮੰਨ ਲੈਣਾ। ਉਹ ਕਹਿੰਦਾ ਵੀਰ ਪਹਿਲੀ ਗੱਲ ਹੈ ਕਿ ਮਾਣ ਨਾ ਕੀਜੈ ਸ਼ਰਨ ਪ੍ਰੀਜੈ, ਆਪਣੇ ਗੁਰੂ ਦੀ ਸ਼ਰਨ ਵਿੱਚ ਪਵੀਂ, ਤੇ ਤੀਜਾ ਕੰਮ ਇਹ ਕਰੀ ਕਿ ਕਰੈ ਸੋ ਭਲਾ ਮਨਾਈਐ। ਆਹੀ ਗੱਲ ਸਭ ਤੋਂ ਔਖੀ ਹੈ, ਕਰੈ ਸੋ ਭਲਾ ਮਨਾਈਏ। ਜੋ ਕਰ ਰਿਹਾ ਨਾ ਵੀਰ, ਭਲਾ ਕਰਕੇ ਮੰਨ ਲਵੀਂ, ਸੱਤ ਕਰਕੇ ਮੰਨ ਲਵੀਂ, ਇਹ ਨਾ ਕਵੀ ਗੁਰੂ ਉੱਤੇ ਕੋਈ ਗਿਲਾ ਨਾ ਕਰੀ, ਦੁੱਖ ਆ ਜਾਏ ਸੁੱਖ ਆ ਜਾਏ ਤੇ ਵੀਰ ਯਾਦ ਰੱਖੀ ਕਰੈ ਸੋ ਭਲਾ ਮਨਾਈਏ ਦੇ ਵੀਰ ਅਰਥ ਮੈਂ ਤੈਨੂੰ ਸਮਝਾ ਦਿੰਦਾ ਕੀ ਬਣਦੇ ਨੇ। ਕਰੈ ਸੋ ਭਲਾ ਮਨਾਈਏ ਤੋਂ ਭਾਵ ਇਹ ਬਣਦਾ ਕਿ ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਵੀਰ ਕਰੈ ਸੋ ਭਲਾ ਮਨਾਈਏ ਦਾ ਮਤਲਬ ਇਹ ਬਣਦਾ ਹੈ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਕਿਤੇ ਦੁੱਖ ਭੁੱਖ ਦੀ ਮਾਰ ਵੀ ਪੈ ਜਾਏ ਤੇ ਵੀਰ ਉਸ ਵੇਲੇ ਇਹ ਪੜ੍ਹ ਲਵੀਂ ਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਇਹ ਸ਼ਬਦ ਪੜ੍ਹ ਲਵੀਂ। ਕਹਿਣ ਲੱਗੇ ਜਦੋਂ ਉਸ ਪਿਆਰੇ ਨੇ ਸਮਝਾਇਆ ਸ਼ਰਨ ਵਿੱਚ ਰਹਿਣਾ, ਹਉਮੈ ਹੰਕਾਰ ਦਾ ਤਿਆਗ ਕਰਨਾ, ਕਰੈ ਸੋ ਭਲਾ ਮਨਾਈਏ, ਦੁੱਖ ਸੁੱਖ ਦੇ ਪਹਾੜ ਵੀ ਡਿੱਗ ਪੈਣ ਪਰ ਕਦੀ ਗੁਰੂ ਉੱਤੇ ਗਿਲਾ ਨਾ ਕਰੀ, ਕਦੀ ਗੁਰੂ ਉੱਤੇ ਸ਼ੱਕ ਨਾ ਕਰੀ, ਭਲਾ ਕਰਕੇ ਮੰਨ ਲਈ। ਤੇ ਅੱਗੋਂ ਅਗਲੀ ਬੇਨਤੀ ਕੀਤੀ, ਕਹਿਣ ਲੱਗਾ ਵੀਰ ਇੱਕ ਗੱਲ ਹੋਰ ਸੁਣ ਲੈ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ। ਜੇ ਤੂੰ ਉਸ ਮਾਲਕ ਦੇ ਦਰਸ਼ਨ ਚਾਹੁੰਦਾ ਨਾ ਜਿਹਦੇ ਤੂੰ ਮੈਨੂੰ ਸਵਾਲ ਕੀਤਾ ਹੈ ਵੀ ਮੈਨੂੰ ਵੀ ਉਹਦੇ ਦੀਦਾਰੇ ਹੋ ਜਾਣ, ਅਗਲੀ ਗੱਲ ਸੁਣ, ਸੁਣ ਮੀਤਾ ਜੀਓ, ਜੀਓ ਦਾ ਮਤਲਬ ਜਿੰਦ, ਪਿੰਡ ਮੈਨੇ ਸਰੀਰ, ਸਭ ਤਨ ਅਰਪੀਜੈ। ਅਰਪੀਜੈ ਦਾ ਮਤਲਬ ਅਰਪਣ ਹੀ ਕਰ ਦੇਣਾ ਹੈ, ਆਪਣੀ ਜਿੰਦ ਆਪਣਾ ਸਰੀਰ ਆਪਣੇ ਗੁਰੂ ਦੇ ਹਵਾਲੇ ਕਰ ਦੇਣਾ ਹੈ। ਇਉਂ ਦਰਸ਼ਨ ਹਰ ਜੀਓ ਪਾਈਏ। ਤੇ ਜਦੋਂ ਅਸੀਂ ਆਪਣੀ ਮਤ ਆਪਣੀ ਜਿੰਦ ਆਪਣਾ ਸਰੀਰ ਹੀ ਗੁਰੂ ਦੇ ਹਵਾਲੇ ਕਰ ਦਿਆਂਗੇ ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੀ ਭੇਟ ਹੀ ਇਹੀ ਹੈ ਆਪਣੇ ਗੁਰੂ ਦੇ ਅੱਗੇ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਹੀ ਸਭ ਤੋਂ ਵੱਡੀ ਭੇਟ ਹੈ ਜਿਹੜੀ ਗੁਰੂ ਅੱਗੇ ਰੱਖਣੀ। ਜਦੋਂ ਭਗਤ ਰਵਿਦਾਸ ਜੀ ਨੂੰ ਉਹਦੀ ਮਾਤਾ ਨੇ ਕਿਹਾ ਸੀ ਨਾ ਕਿ ਪੁੱਤਰ ਲੋਕ ਮੂਰਤੀਆਂ ਦੇ ਅੱਗੇ ਦੁੱਧ ਲੈ ਕੇ ਜਾਂਦੇ ਹੈ, ਕੋਈ ਮੂਰਤੀਆਂ ਦੇ ਅੱਗੇ ਚੰਦਨ ਲੈ ਕੇ ਜਾਂਦਾ ਹੈ, ਕੋਈ ਮੂਰਤੀਆਂ ਦੇ ਅੱਗੇ ਖੀਰ ਤੇ ਕਈ ਤਰ੍ਹਾਂ ਦੇ ਪਕਵਾਨ ਲੈ ਕੇ ਜਾਂਦਾ ਹੈ, ਕੋਈ ਮੂਰਤੀਆਂ ਦੇ ਅੱਗੇ ਫੁੱਲ ਲੈ ਕੇ ਜਾਂਦਾ ਹੈ, ਤੇ ਮੇਰੇ ਪੁੱਤਰਾ ਤੂੰ ਕਿਉਂ ਨਹੀਂ ਇਹ ਕੁਝ ਕਰਦਾ। ਰਵਿਦਾਸ ਨੂੰ ਰਵਿਦਾਸ ਭਗਤ ਦੀ ਮਾਤਾ ਕਹਿੰਦੀ ਹੈ, ਬਕਾਇਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 525 ਅੰਗ ਦੇ ਉੱਤੇ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਕਹਿਣ ਲੱਗੇ ਮੇਰੀ ਮਾਤਾ ਮੈਨੂੰ ਕਹਿੰਦੀ ਹੈ ਵੀ ਤੂੰ ਇਸ ਤਰ੍ਹਾਂ ਕਿਉਂ ਨਹੀਂ ਕਰਦਾ। ਤੇ ਰਵਿਦਾਸ ਭਗਤ ਨੇ ਕਿਹਾ ਮਾਂ ਮੈਂ ਇਸ ਕਰਕੇ ਨਹੀਂ ਇਹ ਕਰ ਸਕਦਾ ਕਿਉਂਕਿ ਮੈਨੂੰ ਮਾਲਕ ਨੇ ਕੁਝ ਸੂਝ ਬੂਝ ਦਿੱਤੀ ਹੈ, ਮੈਨੂੰ ਉਹਨੇ ਸਮਝ ਦੇ ਦਿੱਤੀ ਹੈ ਕਿ ਜਿਹੜੀਆਂ ਚੀਜ਼ਾਂ ਲੋਕ ਮੂਰਤੀ ਅੱਗੇ ਤੇ ਪੱਥਰ ਅੱਗੇ ਲਿਜਾ ਕੇ ਰੱਖਦੇ ਨੇ ਉਹਨਾਂ ਦਾ ਕੋਈ ਲਾਭ ਨਹੀਂ ਹੈ, ਨਾ ਪੱਥਰ ਨੂੰ ਲਾਭ ਹੈ ਤੇ ਨਾ ਲਿਜਾਣ ਵਾਲਿਆਂ ਨੂੰ ਕੋਈ ਲਾਭ ਹੈ। ਤੇ ਰਵਿਦਾਸ ਭਗਤ ਦੀ ਮਾਤਾ ਕਹਿੰਦੀ ਹੈ ਪੁੱਤ ਫਿਰ ਤੂੰ ਕਿਵੇਂ ਮਾਲਕ ਦੇ ਦਰ ਤੱਕ ਪਹੁੰਚੇਗਾ, ਤੂੰ ਉਹਦੇ ਘਰ ਤੱਕ ਕਿਵੇਂ ਪਹੁੰਚੇਗਾ ਜੇ ਭੇਟਾ ਹੀ ਕੋਈ ਨਹੀਂ ਲੈ ਕੇ ਜਾਵੇਂਗਾ।
ਤੇ ਰਵਿਦਾਸ ਭਗਤ ਕਹਿੰਦਾ ਮਾਂ ਮੈਂ ਤੁਹਾਨੂੰ ਭੇਟ ਕਰ ਚੁੱਕਿਆ। ਉਹਨੇ ਕਿਹਾ ਕੀ ਕੀਤਾ ਹੀ ਭੇਟ, ਕਿਹੜੀ ਚੀਜ਼ ਦਿੱਤੀ ਤੂੰ ਮਾਲਕ ਨੂੰ? ਫਿਰ ਉੱਥੇ ਸ਼ਬਦ ਵਰਤਿਆ ਭਗਤ ਰਵਿਦਾਸ ਜੀ ਨੇ, ਕਹਿੰਦੇ ਦੂਰ ਤਾਂ ਬਸ਼ਰੇ ਥਨੋਂ ਬਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ। ਐ ਮੇਰੀ ਮਾਂ ਮੈਂ ਉਸ ਗੋਬਿੰਦ ਦੀ ਪੂਜਾ ਵਾਸਤੇ ਕੀ ਲੈ ਕੇ ਜਾਵਾਂ? ਅਵਰ ਨਾ ਫੂਲ ਅਨੂਪ ਨਾ ਪਾਵਾਂ। ਅਨੂਪ ਦਾ ਮਤਲਬ ਹੁੰਦਾ ਸੁੰਦਰ। ਮਾਂ ਇਹ ਫੁੱਲ ਤੇ ਪਵਿੱਤਰ ਨਹੀਂ ਹਨ, ਇਹਨਾਂ ਵਿੱਚ ਭੌਰਾ ਬੈਠਦਾ ਝੂਠਾ ਕਰ ਗਿਆ। ਦੁੱਧ ਵੀ ਕਿੱਥੇ ਪਵਿੱਤਰ ਹੈ, ਫੁੱਲ ਵੀ ਪਵਿੱਤਰ ਨਹੀਂ, ਪਰ ਮੇਰਾ ਮਾਲਕ ਬੜਾ ਪਵਿੱਤਰ ਹੈ। ਉਹ ਤੇ ਅਨੂਪ ਬੜਾ ਹੈ, ਸੁੰਦਰ ਬੜਾ ਹੈ, ਉਹਦੇ ਵਰਗੀ ਕੋਈ ਪਵਿੱਤਰ ਚੀਜ਼ ਹੈ ਹੀ ਨਹੀਂ। ਤੇ ਜਿਹੜੀਆਂ ਚੀਜ਼ਾਂ ਮੈਂ ਉਹਦੇ ਅੱਗੇ ਲਿਜਾ ਕੇ ਰੱਖਣੀਆਂ ਉਹ ਤੇ ਸਾਰੀਆਂ ਅਪਵਿੱਤਰ ਨੇ, ਤੇ ਅਪਵਿੱਤਰ ਚੀਜ਼ਾਂ ਪਵਿੱਤਰ ਦੇ ਅੱਗੇ ਲਿਜਾ ਕੇ ਰੱਖਣੀਆਂ, ਉਹਦੀ ਨਿਰਾਦਰ ਕਰਨਾ ਹੈ। ਭਗਤ ਰਵਿਦਾਸ ਜੀ ਆਪਣੇ ਸ਼ਬਦ ਵਿੱਚ ਕਹਿੰਦੇ ਨੇ, ਦੂਰਤਾ ਬਸ਼ਰੇ ਥਨੋਂ ਬਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਮੂ, ਅਵਰ ਨਾ ਫੂਲ ਅਨੂਪ ਨਾ ਪਾਵੂੰ, ਮਲ ਆਗਰ ਬੇਰੇ ਹੈ ਭਯੰਗਾ, ਬਿਕ ਅੰਮ੍ਰਿਤ ਬਸੈ ਇੱਕ ਸੰਗਾ। ਕਹਿੰਦੇ ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰੂੰ ਤੇਰੀ ਦਾਸਾ। ਤੇ ਅੱਗੇ ਚੱਲ ਕੇ ਕਹਿੰਦੇ ਨੇ, ਤਨ ਮਨ ਅਰਪੋਂ ਪੂਜ ਚਰਾਹੋਂ। ਮੈਂ ਆਪਣਾ ਤਨ ਮਨ ਮਾਂ ਨੂੰ ਅਰਪਣ ਕਰ ਦਿੱਤਾ ਹੈ। ਤਨ ਮਨ ਅਰਪੋਂ ਪੂਜ ਚਰਾਹੋਂ, ਗੁਰ ਪ੍ਰਸਾਦ ਨਿਰੰਜਨ ਪਾਮ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਮਨ ਗਤ ਮੋਰੀ। ਮਾਂ ਮੈਂ ਆਪਣਾ ਤਨ ਮਨ ਭੇਟ ਕਰ ਦਿੱਤਾ ਹੈ। ਜਦੋਂ ਸਤਿਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਨ 1699 ਦੀ ਵਿਸਾਖੀ ਨੂੰ ਮੇਰੇ ਸਾਹਿਬ ਨੇ ਖਾਲਸਾ ਸਾਜਿਆ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਟੇਜ ਦੇ ਉੱਤੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਵੀ ਮੈਨੂੰ ਕਿ ਇੱਕ ਸਿੱਖ ਦੀ ਕੋਈ ਬਾਂਹ ਚਾਹੀਦੀ ਹੈ, ਮੈਨੂੰ ਕਿਸੇ ਇੱਕ ਸਿੱਖ ਦੀ ਅੱਖ ਚਾਹੀਦੀ ਹੈ, ਮੈਨੂੰ ਇੱਕ ਸਿੱਖ ਦਾ ਕੰਨ ਚਾਹੀਦਾ ਹੈ, ਮੈਨੂੰ ਇੱਕ ਸਿੱਖ ਦਾ ਧੜ ਚਾਹੀਦਾ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਕਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਟੇਜ ਦੇ ਉੱਤੇ ਆ ਕੇ ਇੱਕੋ ਗੱਲ ਕਹੀ ਕਿ ਅੱਜ ਗੁਰੂ ਨਾਨਕ ਦੇ ਘਰ ਦੇ ਵਿੱਚ ਮੈਨੂੰ ਇੱਕ ਸਿਰ ਦੀ ਲੋੜ ਹੈ। ਮੇਰੀ ਆ ਜਿਹੜੀ ਹੱਥ ਵਿੱਚ ਫੜੀ ਸ਼ਮਸ਼ੀਰ ਹੈ, ਇੱਕ ਸਿਰ ਮੰਗਦੀ ਹੈ। ਇਹਦਾ ਮਤਲਬ ਹੋਇਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਕਹਿਣਾ ਚਾਹੁੰਦੇ ਹੈ ਕਿ ਸਭ ਤੋਂ ਕੀਮਤੀ ਚੀਜ਼ ਅਸਲ ਵਿੱਚ ਸਿਰ ਹੈ, ਕਿਉਂਕਿ ਇੱਥੋਂ ਹੀ ਸਾਰੀ ਖੇਡ ਚੱਲਣੀ ਹੈ। ਜੋ ਮਤ ਬੁੱਧ ਦਿਮਾਗ ਜੋ ਕੁਝ ਵੀ ਹੈ ਇਹਦੇ ਵਿੱਚ ਹੀ ਹੈ, ਇੱਥੋਂ ਸਾਰੀ ਖੇਡ ਚੱਲਣੀ ਹੈ। ਤਾਂ ਹੀ ਤਾਂ ਸਿਰ ਦੀ ਬਾਰ-ਬਾਰ ਝੁਕਾਉਣ ਦੀ ਗੱਲ ਆਉਂਦੀ ਹੈ, ਤਾਂ ਹੀ ਤਾਂ ਸਿਰ ਬਾਰ-ਬਾਰ ਨਿਵਾਉਣ ਦੀ ਗੱਲ ਆਉਂਦੀ ਹੈ, ਤਾਂ ਹੀ ਤਾਂ ਸਿਰ ਜਿੱਥੇ ਨਹੀਂ ਝੁਕਾਉਣਾ ਉੱਥੇ ਵੀ ਇਹੀ ਗੱਲ ਆਉਂਦੀ ਨਾ ਵੀ ਇੱਥੇ ਸਿਰ ਨਾ ਝੁਕਾਓ। ਜਿੱਥੇ ਸਿਰ ਝੁਕਾਉਣਾ ਉੱਥੇ ਕਿਹਾ ਜਾਂਦਾ ਸਿਰ ਦੀ ਗੱਲ ਹੀ ਜਿੰਨੀ ਵੀ ਚੱਲਦੀ ਸਿਰ ਦੀ ਗੱਲ ਚੱਲਦੀ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਅੱਜ ਮੈਨੂੰ ਇੱਕ ਸਿਰ ਦੀ ਲੋੜ ਹੈ। ਤੇ ਜਦੋਂ ਭਾਈ ਦਇਆ ਰਾਮ ਜੀ ਉੱਠ ਕੇ ਆਏ ਸਨ ਤੇ ਕੀ ਕਿਹਾ ਸੀ ਉਹਨਾਂ ਨੇ? ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆ ਕੇ ਇੱਕੋ ਹੀ ਗੱਲ ਕਹੀ ਸੀ, ਦਾਤਾ ਇਹ ਸਿਰ ਪਹਿਲਾਂ ਵੀ ਤੁਹਾਡਾ ਸੀ ਹੁਣ ਵੀ ਤੁਹਾਡਾ ਹੀ ਹੈ, ਦਾਤਾ ਬਸ ਉੱਠਣ ਵਿੱਚ ਹੀ ਗਲਤੀ ਹੋਈ ਹੈ। ਜਿਹੜਾ ਮੈਂ ਲੇਟ ਉੱਠਿਆ ਨਾ ਇਹ ਮੇਰੀ ਗਲਤੀ ਹੈ। ਸਿਰ ਤਾਂ ਪਹਿਲਾਂ ਵੀ ਤੁਹਾਡਾ ਸੀ ਤੇ ਸਿਰ ਬਾਅਦ ਵਿੱਚ ਵੀ ਤੁਹਾਡਾ ਹੀ ਰਹਿਣਾ। ਇਹਦਾ ਮਤਲਬ ਸਿੱਖ ਗੁਰੂ ਨੇ ਸਿਰ ਮੰਗਿਆ ਤੇ ਸਿੱਖ ਨੇ ਸਿਰ ਗੁਰੂ ਨੂੰ ਸਮਰਪਿਤ ਕਰ ਦਿੱਤਾ। ਤੇ ਫਿਰ ਜਿਨ੍ਹਾਂ ਨੇ ਸਿਰ ਦਿੱਤੇ ਨੇ ਗੁਰਮੁਖੋ ਪਿਆਰੇ ਵੀ ਉਹੀ ਬਣੇ ਹਨ। ਜਿਨ੍ਹਾਂ ਨੇ ਸਿਰ ਦਿੱਤੇ ਨੇ ਉਹਨਾਂ ਨੂੰ ਗੁਰੂ ਨੇ ਆਪਣੀ ਛਾਤੀ ਨਾਲ ਲਾ ਕੇ ਕਹਿ ਦਿੱਤਾ ਸੀ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਤੇ ਮੈਨੂੰ ਖਿਮਾ ਕਰਿਓ, ਅੱਜ ਲੋੜ ਹੈ ਸੁਚੇਤ ਹੋਣ ਦੀ। ਬੜੇ ਹਮਲੇ ਹੁੰਦੇ ਪਏ ਜੇ, ਚਾਰ ਸਵੇਰੇ ਤੋਂ ਸਾਨੂੰ ਢਾਹ ਲੱਗਦੀ ਪਈ ਹੈ। ਨਹੀਂ ਸਾਨੂੰ ਸਮਝ ਲੱਗ ਰਹੀ ਢਾਹ ਕੌਣ ਲਾ ਰਿਹਾ, ਆਪਣੇ ਵਿੱਚ ਬਣੇ ਬੈਠੇ ਲਾ ਰਹੇ ਨੇ। ਅਸੀਂ ਪਤਾ ਨਹੀਂ ਕਿਉਂ ਅੱਖਾਂ ਮੀਟ ਲੈਂਦੇ ਆ ਤੇ ਸਾਨੂੰ ਜਾਂ ਤੇ ਸਮਝ ਨਹੀਂ ਪੂਰੀ ਆ ਰਹੀ। ਅਸੀਂ ਕਈ ਵਾਰ ਸਪੋਰਟ ਵੀ ਉਹਨਾਂ ਲੋਕਾਂ ਦੀ ਕਰ ਜਾਂਦੇ ਆ ਜਿਹੜੇ ਸਾਨੂੰ ਸਿੱਖੀ ਸਿਧਾਂਤਾਂ ਤੋਂ ਤੋੜਨ ਲਈ ਯਤਨ ਕਰਦੇ ਨੇ। ਕਈ ਵਾਰ ਜਾਣੇ ਅਣਜਾਣੇ ਸਪੋਰਟ ਉਹਨਾਂ ਦੀ ਹੋ ਜਾਂਦੀ ਹੈ। ਤੁਸੀਂ ਦੇਖੋ ਕਿ ਇਹ ਕੋਈ ਬੰਦਾ ਫੈਸਲਾ ਲਵੇ ਕਿ ਅੰਮ੍ਰਿਤ ਸੰਚਾਰ ਕੇਵਲ 2 ਬਾਣੀਆਂ ਨਾਲ ਕਰ ਦੇਵੇ ਤੇ ਕੌਮ ਚੁੱਪ ਕਰਕੇ ਸੁੱਤੀ ਪਈ ਹੈ, ਜਥੇਦਾਰ ਵੀ ਚੁੱਪ ਕਰਕੇ ਸੁੱਤੇ ਪਏ ਆ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਅੱਜ ਤੁਸੀਂ ਚੁੱਪ ਕਰਕੇ ਬੈਠੇ ਹੋ, ਨਹੀਂ ਬੋਲਦੇ। ਇਹ ਸਾਡੇ ਆਉਣ ਵਾਸਤੇ ਭਵਿੱਖ ਦੇ ਵਿੱਚ ਬੜਾ ਵੱਡਾ ਇਹ ਸਾਡੇ ਵਾਸਤੇ ਇੱਕ ਭਰਾ ਮਾਰੂ ਜੰਗ ਬਣ ਜਾਣੀ ਹੈ। ਅਸੀਂ ਤਾਂ ਅੱਗੇ ਹੀ ਬੜਾ ਭਰਾ ਮਾਰੂ ਜੰਗਾਂ ਬਣੀਆਂ ਪਈਆਂ ਨੇ, ਸਾਡੇ ਤਾਂ ਅੱਗੇ ਹੀ ਮਸਲੇ ਨਹੀਂ ਹੱਲ ਹੁੰਦੇ ਪਏ। ਰਾਗ ਮਾਲਾ ਦਾ ਨਹੀਂ ਹੋ ਰਿਹਾ, ਮੂਲ ਮੰਤਰ ਦਾ ਨਹੀਂ ਹੋ ਰਿਹਾ, ਨਿਤਨੇਮ ਦੀਆਂ ਬਾਣੀਆਂ ਦਾ ਨਹੀਂ ਹੋ ਰਿਹਾ, ਰਹਿਤ ਮਰਜ਼ਾਦਾ ਦਾ ਨਹੀਂ ਹੋ ਰਿਹਾ। ਕਿੰਨੇ ਦਫਾੜ ਅੱਗੇ ਪਏ ਹੋਏ ਆ। ਇਹ ਨਵਾਂ ਕੰਮ ਸ਼ੁਰੂ ਹੋ ਗਿਆ, ਸ਼ੁਰੂ 'ਚ ਰੋਕਣਾ ਚਾਹੀਦਾ। ਪਰ ਸ਼ੁਰੂ 'ਚ ਸਾਰੇ ਅੱਖਾਂ ਮੀਟ ਲੈਂਦੇ ਨੇ, ਧਾਰਮਿਕ ਸੰਸਥਾਵਾਂ ਵੀ ਅੱਖਾਂ ਮੀਟ ਲੈਂਦੀਆਂ ਨੇ। ਜਿੱਥੋਂ ਗੱਲ ਚੱਲਣੀ ਹੈ ਧਾਰਮਿਕ ਸਥਾਨ ਅਕਾਲ ਤਖਤ ਸਾਹਿਬ, ਭਾਵੇਂ ਠੀਕ ਹੈ ਕਿ ਉੱਥੇ ਜਿਹੜੇ ਬੈਠੇ ਹੋਏ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਪਏ ਨੇ। ਉੱਥੇ ਕਾਬਜ਼ ਲੋਕ ਜਿਹੜੇ ਨੇ ਉਹ ਕਿਸੇ ਹਾਕਮ ਧਿਰ ਦੀ ਮੰਨਦੇ ਪਏ ਨੇ ਜਾਂ ਉਹਨਾਂ ਇਸ਼ਾਰਿਆਂ 'ਤੇ ਚੱਲਦੇ, ਪਰ ਉਹਨਾਂ ਨੂੰ ਵੀ ਆਪਣੀ ਜ਼ਮੀਰ ਨੂੰ ਹਿਲਾਉਣਾ ਚਾਹੀਦਾ। ਸਾਨੂੰ ਵੀ ਯਤਨ ਕਰਨੇ ਚਾਹੀਦੇ। ਮੈਂ ਖਾਸ ਕਰਕੇ ਬੇਨਤੀ ਕਰਾਂਗਾ ਸੰਗਤ ਨੂੰ
ਸਮੁੱਚੀ ਮੈਨੇਜਮੈਂਟ ਨੂੰ ਕਿ ਆਪਾਂ ਚਿੱਠੀਆਂ ਦੇ ਰਾਹੀਂ ਭਾਵੇਂ ਕਿਸੇ ਤਰੀਕੇ ਨਾਲ ਇਹ ਜਿਹੜੀ ਗੱਲ ਸ਼ੁਰੂ ਹੋਈ ਇਹਨੂੰ ਹੁਣੇ ਦਬਾਉਣਾ ਚਾਹੀਦਾ, ਬੰਦ ਕਰਨਾ ਚਾਹੀਦਾ ਇਹਨੂੰ, ਨਹੀਂ ਤੇ ਇਹ ਕੰਮ ਜਿਹੜਾ ਹੈ ਇਹ ਆਉਣ ਵਾਸਤੇ ਬੜਾ ਨੁਕਸਾਨਦੇਹ ਬਣ ਜਾਏਗਾ। ਸਾਨੂੰ ਕੋਈ ਹੱਕ ਨਹੀਂ ਹੈ। ਹਾਂ, ਵੱਖਰੀ ਗੱਲ ਹੈ ਕਿ ਕੋਈ ਪੰਥ ਬੈਠ ਕੇ ਫੈਸਲਾ ਲੈ ਲਵੇ, ਸਾਰਾ ਸਮੁੱਚਾ ਪੰਥ ਇਕੱਠਾ ਹੋਵੇ, ਉਹ ਸਮੁੱਚਾ ਪੰਥ ਇਕੱਠਾ ਹੋ ਕੇ ਅਕਾਲ ਤਖਤ ਸਾਹਿਬ ਤੇ ਸਾਰਾ ਪੰਥ ਇਕੱਠਾ ਹੋ ਕੇ ਰਹਿਤ ਮਰਜ਼ਾਦਾ ਵਿੱਚ ਬਕਾਇਦਾ ਲਿਖਿਆ ਪੰਥ ਇਕੱਠਾ ਹੋ ਕੇ ਤਬਦੀਲੀ ਕਰ ਸਕਦਾ ਹੈ। ਜੇ ਕੋਈ ਮਰਜ਼ਾਦਾ ਵਿੱਚ ਲਾ ਚੜਾ ਕਰਨਾ ਤੇ ਹੁੰਦਾ ਰਿਹਾ। ਜਦੋਂ 47 ਦੀ ਵੰਡ ਨਹੀਂ ਸੀ ਹੋਈ ਉਦੋਂ ਅਸੀਂ ਇਹ ਸ਼ਬਦ ਨਹੀਂ ਸੀ ਕਹਿੰਦੇ ਵੀ ਜਿੰਨਾ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਪਰ ਜਦੋਂ 47 ਦੀ ਵੰਡ ਹੋਈ ਸ਼ਬਦ ਵਿੱਚ ਪਾ ਦਿੱਤੇ ਪੰਥ ਨੇ, ਕਿਉਂਕਿ ਜਦੋਂ ਵੰਡ ਨਹੀਂ ਸੀ ਹੋਈ ਉਦੋਂ ਤਾਂ ਕਹਿਣ ਦੀ ਲੋੜ ਨਹੀਂ ਸੀ ਵੀ ਗੁਰਧਾਮਾਂ ਤੋਂ ਅਸੀਂ ਵਿਛੋੜੇ ਗਏ। ਜਦੋਂ ਗੁਰਧਾਮ ਵਿਛੜੇ ਤਾਂ ਸ਼ਬਦ ਵਿੱਚ ਪਾਏ। ਤਾਂ ਇਹਦੇ ਵਿੱਚ ਪੰਥ ਬੈਠ ਕੇ ਫੈਸਲਾ ਕਰ ਸਕਦਾ। ਪੰਥ ਬੈਠ ਕੇ ਫੈਸਲਾ ਕਰੇ ਤੇ ਭਾਵੇਂ ਉਹ ਕਹਿ ਦੇਣ ਵੀ ਇੱਕ ਬਾਣੀ ਵੀ ਨਾ ਪੜੋ, ਗੱਲ ਤੇ ਪੰਥ ਦੀ ਹੈ ਨਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਥ ਫੈਸਲਾ ਕਰੇ, ਪਰ ਪੰਥ ਕੋਈ ਇੱਕ ਧਿਰ ਦਾ 4 ਬੰਦੇ ਨਾ ਹੋਣ, ਉਹ ਸਮੁੱਚਾ ਪੰਥ ਜਿਹੜਾ ਗੁਰੂ ਨੂੰ ਸਮਰਪਿਤ ਵਾਲਾ। ਪਰ ਮੇਰਾ ਖਿਆਲ ਹੈ ਇਹੋ ਜਿਹੀ ਕਦੀ ਵੀ ਫੈਸਲਾ ਨਾ ਪੰਥ ਲਏਗਾ ਨਾ ਕਦੀ ਲੈਣਾ, ਕਿਉਂਕਿ ਜੋ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਖੰਡੇ ਬਾਟੇ ਦੀ ਪੌਲ ਦੀ ਬਣਾ ਦਿੱਤੀ ਹੈ, ਕਿਸੇ ਨੂੰ ਹੱਕ ਨਹੀਂ ਹੈ ਕਿ ਉਹਦੇ ਵਿੱਚ ਕੋਈ ਤਬਦੀਲੀ ਕਰੇ। ਆਪਣੀ ਮਰਜ਼ੀ ਨਾਲ ਕੋਈ 2 ਬਾਣੀਆਂ ਦਾ ਜਿਹੜਾ ਹੈ ਪਾਠ ਕਰਕੇ ਅੰਮ੍ਰਿਤ ਛਕਾਉਣ ਲੱਗ ਪਿਆ ਹੈ, ਤੇ ਕੋਈ ਜਿਹੜਾ ਹੈ ਉਹ ਜਿਸ ਤਰ੍ਹਾਂ ਕੱਲ੍ਹ ਨੂੰ ਕਹਿਣ ਲੱਗ ਪੈਣਗੇ ਵੀ ਪਿਆਰੇ 2 ਅਸੀਂ, ਹੁਣ 3 ਪਿਆਰੇ ਬਾਕੀ ਦੇ ਜਿਹੜੇ ਬੈਠੇ ਨੇ ਬਾਟੇ ਨੂੰ ਹੱਥ ਲਾ ਕੇ ਉਹ ਕੀ ਕਰਨਗੇ? ਜਿਹੜੇ 3 ਪਿਆਰੇ ਬਾਕੀ 5 ਪਿਆਰੇ ਹੁੰਦੇ ਆ, ਤੇ 2 ਨੇ ਤਾਂ ਪੜ੍ਹ ਲਿਆ ਜਪਜੀ ਸਾਹਿਬ ਤੇ ਆਨੰਦ ਸਾਹਿਬ, ਤੇ ਬਾਕੀ 3 ਪਿਆਰੇ ਬਾਟੇ ਨੂੰ ਹੱਥ ਪਾ ਕੇ ਬੈਠੇ ਵੀ ਉਹਨਾਂ ਨੇ ਕੀ ਪੜ੍ਹਿਆ ਹੈ। ਸੋਚਣ ਦੀ ਲੋੜ ਇਸ ਗੱਲ ਨੂੰ ਬੜਾ ਬਰੀਕੀ ਦੇ ਨਾਲ ਬੇਨਤੀ ਤਾਂ ਕਰ ਰਿਹਾ, ਕਿਉਂਕਿ ਮੈਂ ਗੁਰੂ ਘਰ ਦਾ ਕੁੱਕਰ ਹੋਣ ਦਾ ਨਾਤਾ ਜਿਸ ਗੁਰੂ ਘਰ ਦਾ ਖਾਂਦਾ ਹਾਂ, ਮੇਰਾ ਫਰਜ਼ ਬਣਦਾ ਕਿ ਜਿੱਥੇ ਕਿਤੇ ਤਰੁੱਟੀਆਂ ਜਾਂ ਕਿਤੇ ਭੁੱਲਾਂ ਹੁੰਦੀਆਂ ਨੇ, ਜਿੰਨੀ ਕੁ ਸਮਝ ਹੈ ਮਾਲਕ ਨੇ ਦਿੱਤੀ ਹੈ, ਉਹਦੀ ਗੱਲ ਜ਼ਰੂਰ ਸੱਚ ਦੀ ਆਵਾਜ਼ ਨੂੰ ਉਠਾਉਣਾ ਚਾਹੀਦਾ ਹੈ। ਬੇਨਤੀ ਆਈ ਸੀ ਗੁਰਮੁਖੋ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਪੰਥ ਜਿਹੜਾ ਹੈ ਮੈਨੂੰ ਸਿਰ ਚਾਹੀਦਾ। ਗੁਰੂ ਸਾਹਿਬ ਨੇ ਸਿਰ ਮੰਗਿਆ ਤੇ ਉਸਨੇ ਅਰਪਣ ਕਰ ਦਿੱਤਾ ਗੁਰੂ ਸਾਹਿਬ ਮਹਾਰਾਜ ਜੀ ਦੇ। ਤੇ ਮੈਂ ਜਿਹੜੀ ਬੇਨਤੀ ਲੈ ਕੇ ਚੱਲਿਆ ਸੀ, ਭਗਤ ਰਵਿਦਾਸ ਜੀ ਨੇ ਕਿਹਾ, ਕਹਿਣ ਲੱਗੇ ਮਾਂ ਮੈਂ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ। ਤੇ ਸ਼ਬਦ ਸੀ ਜਿਸ ਦੀ ਮੈਂ ਵਿਚਾਰ ਕਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਸਨੇ ਕਹਿ ਦਿੱਤਾ ਵੀਰ ਜੇ ਤੂੰ ਮਿਲਣਾ ਚਾਹੁੰਦਾ ਸੁਣ ਮੀਤਾ ਜੀਓ ਪਿੰਡ ਸਭ ਤਾਨੇ ਅਰਪੀਜੈ। ਇਹ ਮੇਰੇ ਵੀਰ ਆਪਣੀ ਜਿੰਦ ਆਪਣਾ ਸਰੀਰ ਇਹ ਸਾਰਾ ਕੁਝ ਅਰਪਣ ਕਰ ਦੇ। ਇਉਂ ਦਰਸ਼ਨ ਹਰ ਜੀਓ ਪਾਈਏ। ਇਸ ਤਰ੍ਹਾਂ ਮਾਲਕ ਦੇ ਦਰ ਤੇ ਪ੍ਰਵਾਨ ਹੋਇਆ ਜਾ ਸਕਦਾ, ਇਸ ਤਰ੍ਹਾਂ ਮਾਲਕ ਦੇ ਦਰਸ਼ਨ ਹੋ ਸਕਦੇ ਨੇ। ਅਖੀਰਲੀਆਂ ਪੰਕਤੀਆਂ ਵਿੱਚ ਉਹ ਕਹਿੰਦਾ ਜਗਿਆਸੂ, ਕਹਿੰਦਾ ਹੈ ਵੀਰ ਇਹ ਜੋ ਕੁਝ ਮੈਂ ਤੈਨੂੰ ਦੱਸਿਆ ਹੈ ਇਹਦੇ ਵਿੱਚ ਮੇਰਾ ਕੁਝ ਨਹੀਂ, ਇਹ ਜੋ ਕੁਝ ਮੈਂ ਤੈਨੂੰ ਦੱਸਿਆ ਇਹ ਮਾਲਕ ਦੀ ਕਿਰਪਾ ਨਾਲ ਸਤਸੰਗੀਆਂ ਵਿੱਚ ਜਾ ਕੇ ਜੋ ਕੁਝ ਮੈਂ ਜਾਣਿਆ ਉਹਦੇ ਮੁਤਾਬਕ ਦੱਸਿਆ। ਤੇ ਅਗਲੀ ਗੱਲ ਉਹਨੇ ਇਹ ਕਹੀ ਵੀਰ ਇਹ ਸਾਰੇ ਦੇ ਵਿੱਚ ਗੁਰੂ ਕਿਰਪਾ ਤੋਂ ਬਿਨਾਂ ਕੁਝ ਨਹੀਂ ਜੇ ਹੋਣਾ, ਗੁਰੂ ਕਿਰਪਾ ਜ਼ਰੂਰੀ ਹੈ। ਉੱਥੇ ਫਿਰ ਸ਼ਬਦ ਇਹ ਕਹੇ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿਠਾ। ਭਇਓ ਅਨੁਗ੍ਰਹ ਦਾ ਮਤਲਬ ਹੈ ਦ੍ਰਿਸ਼ਟੀ, ਕਿਰਪਾ, ਰਹਿਮਤ। ਅਨੁਗ੍ਰਹ ਦੇ ਅਰਥ ਇਹ ਨੇ। ਐ ਵੀਰ ਇਹ ਤਾਂ ਜਦੋਂ ਮਾਲਕ ਤੁਰਟ ਪੈਂਦਾ ਕਿਰਪਾ ਕਰਦਾ, ਪਰ ਉਹਦੀ ਕਿਰਪਾ ਦੇ ਪਾਤਰ ਬਣਨ ਲਈ ਤੂੰ ਯਤਨ ਕਰੀ ਚੱਲ। ਤੂੰ ਯਤਨ ਕਰੀ ਚੱਲੇਗਾ ਤੇ ਮਾਲਕ ਰਹਿਮਤ ਕਰ ਦੇਵੇਗਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ। ਤੇ ਅਗਲੀ ਗੱਲ ਵੀਰ ਜਦੋਂ ਪਰਮਾਤਮਾ ਕਿਰਪਾ ਕਰਦਾ ਨਾ, ਹਰ ਨਾਮਾ ਹੈ ਮਿੱਠਾ। ਰੱਬ ਦਾ ਨਾਮ ਬੜਾ ਮਿੱਠਾ ਲੱਗਣ ਲੱਗ ਪੈਂਦਾ ਹੈ। ਫਿਰ ਪਰਮਾਤਮਾ ਦੇ ਨਾਮ 'ਚੋਂ ਰਸ ਆਉਣ ਲੱਗ ਪੈਂਦਾ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਹਾ ਹੈ ਕਿ ਜੇ ਬੰਦੇ ਨੂੰ ਪਰਮਾਤਮਾ ਦੇ ਨਾਮ ਦੇ ਵਿੱਚੋਂ ਰਸ ਨਹੀਂ ਆ ਰਿਹਾ, ਜੇ ਪਰਮਾਤਮਾ ਦੇ ਨਾਮ ਵਿੱਚੋਂ ਮਿਠਾਸ ਪਾ ਕੇ ਪਰਮਾਤਮਾ ਦੇ ਨਾਮ ਜਪਣ ਲਈ ਅੰਦਰੋਂ ਮਨ ਪ੍ਰੇਰਿਤ ਨਹੀਂ ਹੋ ਰਿਹਾ, ਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੀਆਂ ਵੀ ਨਿਸ਼ਾਨੀਆਂ ਦੱਸ ਦਿੱਤੀਆਂ ਨੇ। ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਕੌੜਾ, ਕਹਿ ਲਗੇ ਪਰਮਾਤਮਾ ਦਾ ਨਾਮ, ਪਰਮੇਸ਼ਰ ਦਾ ਨਾਮ, ਖੰਡੇ ਬਾਟੇ ਦੀ ਪੌਲ, ਕਹਿਣ ਲੱਗੇ ਪਰਮਾਤਮਾ ਦਾ ਨਾਮ, ਖੰਡੇ ਬਾਟੇ ਦੀ ਪੌਲ, ਅੰਮ੍ਰਿਤ, ਕਿਉਂਕਿ ਉਸ ਨੂੰ ਵੀ ਅਸੀਂ ਅੰਮ੍ਰਿਤ ਕਹਿੰਦੇ, ਉਹ ਵੀ ਬਾਣੀਆਂ ਪੜ੍ਹ ਕੇ ਤਿਆਰ ਹੁੰਦਾ ਹੈ। ਸਾਹਿਬ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਕਹਿੰਦੇ ਜ਼ਹਿਰ ਬੜਾ ਮਿੱਠਾ ਲੱਗਦਾ। ਜ਼ਹਿਰ ਦੇ ਨਾਲ ਬੰਦਾ ਮਿਠਾਸ ਬਣਾਈ ਬੈਠਾ ਹੈ, ਜਦ ਕਿ ਜ਼ਹਿਰ ਮਿੱਠਾ ਥੋੜਾ ਹੋ ਸਕਦਾ। ਹੁਣ ਕੋਈ ਬੰਦਾ ਨਸ਼ੇ ਕਰਦਾ ਹੋਵੇ, ਕਰਮ ਕਾਂਡਾਂ ਵਹਿਮਾਂ ਭਰਮਾਂ 'ਚ ਪਿਆ ਹੋਵੇ, ਬੰਦਾ ਜਿਹੜਾ ਗਲਤ ਚੀਜ਼ਾਂ ਦਾ ਇਸਤੇਮਾਲ ਕਰਦਾ ਹੋਵੇ, ਤੇ ਉਹਦੇ ਵਿੱਚੋਂ ਕਵੇ ਵੀ ਮੈਨੂੰ ਰਸ ਆ ਜਾਵੇ, ਤੇ ਉਹਦੇ 'ਚ ਥੋੜਾ ਆਉਣਾ ਹੈ। ਸਾਹਿਬ ਬਾਣੀ ਵਿੱਚ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਜ਼ਹਿਰ ਮਿੱਠਾ ਲੱਗਦਾ ਹੈ, ਅੰਮ੍ਰਿਤ ਕੌੜਾ ਲੱਗਦਾ, ਪਰ ਇਹ ਨਿਸ਼ਾਨੀ ਗੁਰਮੁਖ ਦੀ ਨਹੀਂ। ਸਾਕਤ ਕੀ ਵਿਦ ਨੈਨੋ ਡੀਠੀ, ਕਹਿੰਦੇ ਰੱਬ ਤੋਂ ਟੁੱਟੇ ਦੀ ਇਹ ਨਿਸ਼ਾਨੀ ਹੈ ਕਿ ਉਹਨੂੰ ਬਾਣੀ ਨਾਮ ਮਿੱਠਾ ਨਹੀਂ ਲੱਗਦਾ, ਉਹਨੂੰ ਦੂਜੀਆਂ ਚੀਜ਼ਾਂ ਮਿੱਠਾ ਲੱਗਦੀਆਂ। ਤੇ
उस गुरमुख ने कहा है। गुरु अर्जन देव महाराज जी सवाल जवाब करा रहे हैं तो साहब कहते उसने कह दिता कि वीर परमात्मा का नाम बड़ा मिठा लगन लग पैंदा है, क्योंकि हर बिन किशु ना ला गई भगतन को मीठा, रब दे प्यारे नूं फिर परमात्मा का नाम मिठा लगता है। अखीरली पंक्ति विच कहा है कि जन नानक को गुर कृपा धारी, सब अकुल निरंजन डीठा। साहब जी कहते हैं फिर वो जिहड़ा अकुल, जिहदी कोई कुल नहीं, जिहदी कोई जात नहीं, जिहदी कोई पात नहीं है, वो परमात्मा जी के बारे गुरु गोबिंद सिंह महाराज जी कहते ना जात है, ना पात है, ना तात है, ना मात है। वो परमात्मा जी की कोई कुल नहीं, जिहदी कोई जात पात नहीं, जिहदा कोई माँ बाप नहीं, जिहड़ा अपने आप तो आप ही परमात्मा का प्रकाश होया, उस परमात्मा की किरपा जीव ते वरत जाती को मिल पैंदा है। श्री गुरु अर्जन देव महाराज जी ने अज दे पावन पवित्र जो मैं सतगुरु महाराज जी का ओट आसरा लैके शब्द लिया सी कि एक पिता एक सके हम बारक, तू मेरा गुरहाई। ये एक जगियासू पुछदा वीर तू मालिक तो रहमतां लईआं ने, मैं भी लै सकां, मैनू दस की करना पेगा। पहला जगियासू ने अपनी जगियासा रखी तो बिले हुए ने फिर सारी गल उन्होंने दस दी कि किस तरह मालिक के दर तो रहमतां मिलदियां ने। मालिक कृपा करे असीं भी जगियासू बन के अपनी जगियासा गुरु अगे प्रगट करिए। गुरु महाराज जी फिर कृपा करके सानू आप ही जुगत ढंग तरीके दसणगे भी आह काम तेन करने पैने हैं, फिर वो मुताबिक चलांगे। गुर सिख मीत चलो गुर चाली, जो गुर कहे सोई पल मानो, हर हर कथा निराली। गुरु जी के बचनों अपनी जिंदगी का हिस्सा बनाइए, तां होणगे लोक सुखीए परलोक सहेले, नानक हर प्रभ आपे वेले। शब्द विचार करते हैं बेअंत प्रकार दीयां भुल्लां तुटां हो गईयां, सतगुरु जी ते साध संगत बख्शण योग भुल चुक दी खिमा। अगला प्रोग्राम गुरु घर दे मुख सेवादार प्रधान साहब वो आप जी संगतां नूं अगले प्रोग्राम की जानकारी देणगे। दास नूं होईयां भुल्लां दी खिमा देंदे होए फतेह बुलाओ जी। वाहिगुरू जी का खालसा, वाहिगुरू जी की फतेह।